ਪੁਕਾਰ ਟੀਵੀ ਦੇ ਦਰਸ਼ਕੋ, ਅੱਜ ਅਸੀਂ ਤੁਹਾਡੇ ਨਾਲ ਕੌਮੀ ਵਿੱਦਿਅਕ ਨੀਤੀ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਤੇ ਪੁਕਾਰ ਟੀਵੀ ਨਾਲ ਜੁੜ ਰਹੇ ਨੇ ਡਾਕਟਰ ਕੁਲਦੀਪ ਪੁਰੀ ਜੀ ਪੰਜਾਬ ਯੂਨੀਵਰਸਿਟੀ ਵਾਲੇ, ਜੋ ਕਿ ਬਹੁਤ ਹੀ ਸੂਝਵਾਨ ਨੇ, ਸੁਲਝੇ ਹੋਏ ਬੁਲਾਰੇ ਨੇ, ਬਹੁਤ ਹੀ ਨਾਮਵਰ ਲੇਖਕ ਨੇ। ਉਹ ਸਾਡੀ ਬੇਨਤੀ ਸਵੀਕਾਰ ਕਰਕੇ ਸਾਡੇ ਨਾਲ ਜੁੜੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ, ਅਸੀਂ ਡਾਕਟਰ ਕੁਲਦੀਪ ਪੁਰੀ ਜੀ ਨੂੰ ਪੁਕਾਰ ਟੀਵੀ ਵੱਲੋਂ ਜੀ ਆਇਆਂ ਆਖਦੇ ਹਾਂ। ਧੰਨਵਾਦ ਜੀ। ਡਾਕਟਰ ਸਾਹਿਬ, ਭਾਰਤ ਦਾ ਸੰਵਿਧਾਨ ਸਭ ਲਈ ਸਿੱਖਿਆ ਦਾ ਮੁੱਢਲਾ ਅਧਿਕਾਰ ਤੈਅ ਕਰਦਾ ਹੈ। ਇਹ ਵੀ ਜ਼ਿੰਮੇਵਾਰੀ ਤੈਅ ਕਰਦਾ ਹੈ ਕਿ ਗੁਣਵੱਤਾ ਭਰਪੂਰ ਵਿੱਦਿਆ ਦਿੱਤੀ ਜਾਵੇ ਤੇ ਬਰਾਬਰੀ ਦੀ ਵਿੱਦਿਆ ਦਿੱਤੀ ਜਾਵੇ, ਉਹਦੇ ਵਿੱਚ ਕੋਈ ਵੀ ਨਾ ਬਰਾਬਰੀ ਨਾ ਹੋਵੇ। ਪਰ ਪਿਛਲੇ ਦੌਰ ਵਿੱਚ ਜਿਵੇਂ ਆਰਥਿਕ ਪਾੜਾ ਵਧਿਆ, ਉਹਦੇ ਨਾਲ ਨਾਲ ਹੀ ਵਿੱਦਿਅਕ ਖੇਤਰ ਦੇ ਅੰਦਰ ਵੀ ਪਾੜਾ ਦੇਖਣ ਨੂੰ ਨਜ਼ਰ ਆ ਰਿਹਾ ਹੈ। ਵੱਖ-ਵੱਖ ਪੱਧਰ ਦੇ ਸਕੂਲ ਤੇ ਕਾਲਜ ਤੇ ਯੂਨੀਵਰਸਿਟੀਆਂ ਦੇਖਣ ਲਈ ਸਾਡੇ ਸਾਹਮਣੇ ਆ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਬੜਾ ਰੌਲਾ ਪਿਆ ਹੋਇਆ ਹੈ ਕਿ NCERT ਜਿਹੜੇ ਉਹਦੀਆਂ ਕਿਤਾਬਾਂ, ਉਹਦਾ ਜਿਹੜਾ ਸਿਲੇਬਸ ਹੈ, ਉਹਦੇ ਵਿੱਚ ਰਿਵਿਊ ਹੋਣਾ ਚਾਹੀਦਾ ਹੈ ਤੇ ਕਈ ਤਰ੍ਹਾਂ ਦੀ ਮੀਡੀਆ ਦੇ ਵਿੱਚ ਸਵਾਲ ਉੱਠ ਰਹੇ ਨੇ, ਗੱਲਬਾਤ ਚੱਲ ਰਹੀ ਹੈ। ਤੇ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ, ਕਿਉਂਕਿ ਤੁਸੀਂ ਇਸ ਖੇਤਰ ਦੇ ਮਾਹਰ ਹੋ, ਕਿ ਇਹ ਕੌਮੀ ਵਿੱਦਿਆ ਨੀਤੀ ਕੀ ਹੈਗੀ ਹੈ, ਸਾਡੇ ਲਈ ਇਹ ਕਦੋਂ ਤੋਂ ਬਣੀ ਹੈ ਜਾਂ ਅੱਜ ਇਹਦੀ ਕੀ ਸਥਿਤੀ ਹੈ, ਇਹਦੇ ਵਾਸਤੇ ਅਸੀਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ। ਰਿਸ਼ਪਾਲ ਸਿੰਘ ਜੀ, ਕੋਈ ਵੀ ਜਿਹੜਾ ਮੁਲਕ ਆਪਣੀ ਸਿੱਖਿਆ ਨੀਤੀ ਘੜਦਾ ਹੈ, ਇਸ ਨਜ਼ਰ ਨੂੰ ਸਾਹਮਣੇ ਰੱਖਦੇ ਹੋਏ ਕਿ ਉਸਨੇ ਆਪਣੇ ਦੇਸ਼ ਨੂੰ ਕਿਵੇਂ ਦਾ ਬਣਾਉਣਾ ਹੈ, ਉਸਨੇ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ, ਅਗਲੀਆਂ ਪੀੜ੍ਹੀਆਂ ਨੂੰ ਕਿਸ ਤਰ੍ਹਾਂ ਦਾ ਤਸੱਵੁਰ ਉਹ ਕਰਦਾ ਹੈ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਤਿਮਾਰ ਕਰੇਗਾ, ਇਹ ਉਹ ਸੋਚਦੇ ਨੇ। ਔਰ ਅਸਲ ਵਿੱਚ ਜਿੱਦਣ ਤੋਂ ਸਮਾਜ ਨੇ ਇਹ ਸਮਝਣਾ ਸ਼ੁਰੂ ਕੀਤਾ ਕਿ ਅਸੀਂ ਆਪਣੀ ਜਿਹੜੀ ਹੈਰੀਟੇਜ ਹੈ, ਜਿਹੜਾ ਆਪਣਾ ਹੁਣ ਦਾ ਜੋ ਅਸੀਂ ਪ੍ਰਾਪਤ ਕੀਤਾ, ਜੋ ਸਿੱਖਿਆ ਹੈ, ਉਹ ਅਸੀਂ ਆਪਣੀ ਅਗਲੀ ਜਨਰੇਸ਼ਨਸ ਨੂੰ ਦਈਏ। ਐਜੂਕੇਸ਼ਨ ਦਾ ਕਨਸੈਪਟ ਤੇ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀਗਾ। ਸਮਾਜ ਨੇ ਤੇ ਉਦੋਂ ਹੀ ਸਕੂਲ ਔਰ ਸੰਸਥਾਵਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ। ਲੋੜ ਮੁਤਾਬਿਕ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਿੱਖਿਆ ਹੋਵੇ, ਇਹ ਵੀ ਤੈਅ ਕਰਨਾ ਸਮਾਜ ਨੇ ਸ਼ੁਰੂ ਕਰ ਦਿੱਤਾ ਸੀਗਾ। ਸੋ ਇਹ ਤਾਂ ਮੁੱਢ ਕਦੀਮ ਤੋਂ ਇਹ ਗੱਲ ਚੱਲੀ ਆਈ। ਹਾਂ, ਉਸਦੇ ਰੂਪ ਬਦਲਦੇ ਗਏ, ਉਸਦੀਆਂ ਸਥਿਤੀਆਂ ਬਦਲਦੀਆਂ ਗਈਆਂ ਤੇ ਹੁਣ ਅਸੀਂ ਨੇਸ਼ਨ ਸਟੇਟ ਦੀ ਕਨਸੈਪਟ ਦੇ ਵਿੱਚ ਆਈਏ ਤਾਂ ਉਦੋਂ ਵੀ ਇਹ ਨੀਤੀਆਂ ਬਣਦੀਆਂ ਰਹੀਆਂ। ਹੁਣ ਤੁਸੀਂ ਇਹ ਦੇਖੋ ਜੀ, ਹਿੰਦੁਸਤਾਨ ਦੇ ਵਿੱਚ ਅਸੀਂ ਆਜ਼ਾਦ ਹੁੰਨੇ ਹਾਂ ਅੰਗਰੇਜ਼ ਸ਼ਾਸਨ ਤੋਂ 1947 ਵਿੱਚ। ਉਸ ਤੋਂ ਪਹਿਲੇ 150 ਸਾਲ 200 ਸਾਲ ਔਰ ਪੰਜਾਬ ਦੇ ਵਿੱਚ 97 ਸਾਲ ਕਿ 90 ਸਾਲ ਅੰਗਰੇਜ਼ਾਂ ਦਾ ਰਾਜ ਰਹਿੰਦਾ ਹੈ। ਸਭ ਤੋਂ ਉਦੋਂ ਵੀ ਅੰਗਰੇਜ਼ ਹਾਲਾਂਕਿ ਸਾਡੇ ਤੇ ਕਬਜ਼ਾ ਉਹਨਾਂ ਨੇ ਕੀਤਾ ਸੀ ਔਰ ਅਸੀਂ ਉਹਨਾਂ ਦੇ ਗੁਲਾਮ ਸੀ, ਲੇਕਿਨ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਸਾਨੂੰ ਲੋਕ ਚਾਹੀਦੇ ਨੇ ਜਿਹੜੇ ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਕੰਮਕਾਰਾਂ ਨੂੰ ਕਰ ਸਕਣ, ਤੇ ਉਹਨਾਂ ਨੇ ਵੀ ਸਿੱਖਿਆ ਨੀਤੀ ਬਣਾਈ, ਲੇਕਿਨ ਆਪਣੇ ਤਰੀਕੇ ਨਾਲ ਬਣਾਈ। ਸਭ ਤੋਂ ਪਹਿਲੀ ਜਿਹੜੀ ਇਸ ਤਰ੍ਹਾਂ ਦੀ ਪੂਰੀ ਸੂਰੀ ਜਿਹੜੀ ਨੀਤੀ ਹੈ, ਉਹ 1882 ਵਿੱਚ ਬਣੀ ਸੀ। ਉਸ ਤੋਂ ਬਾਅਦ ਵੇਲੇ ਤਬਦੀਲੀਆਂ ਹੁੰਦੀਆਂ ਗਈਆਂ। ਹੁਣ ਅਸੀਂ ਬਿਲਕੁਲ ਜਦੋਂ 1947 ਵਿੱਚ ਆਏ, ਅਸੀਂ ਆਜ਼ਾਦ ਹੋ ਗਏ ਤੇ ਸਾਡੇ ਕੋਲ ਇੱਕ ਐਜੂਕੇਸ਼ਨ ਦਾ ਢਾਂਚਾ ਤਾਂ ਚੱਲ ਰਿਹਾ ਸੀਗਾ। 1948 ਵਿੱਚ ਜਦੋਂ ਸੰਵਿਧਾਨ ਘੜਨ ਦੀ ਕਮੇਟੀ ਬਣਦੀ ਹੈ ਔਰ 1950 ਵਿੱਚ ਆਪਣਾ ਉਹ ਦਿੰਦੀ ਹੈ ਰਿਪੋਰਟ, ਔਰ ਅਸੀਂ 48 ਵਿੱਚ ਰਿਪੋਰਟ ਦਿੰਦੀ ਹੈ, 50 ਵਿੱਚ 49 ਵਿੱਚ ਰਿਪੋਰਟ ਦਿੰਦੀ ਹੈ, 1950 ਵਿੱਚ ਅਸੀਂ ਉਹਨੂੰ ਅਡਾਪਟ ਕਰ ਲੈਂਦੇ ਹਾਂ। ਕਨਸਟੀਟਿਊਸ਼ਨ ਦੇ ਵਿੱਚ, ਜਿਵੇਂ ਤੁਸੀਂ ਪਹਿਲੇ ਇਸ਼ਾਰਾ ਕੀਤਾ, ਬੜੀਆਂ ਸਾਫ਼ ਨਿਰਦੇਸ਼ ਸਨ ਕਿ ਅਸੀਂ ਆਪਣੇ ਮੁਲਕ ਦੇ ਜਿਹੜੇ ਬਸ਼ਿੰਦੇ ਨੇ, ਜਿਹੜੀ ਨਵੀਆਂ ਪੀੜ੍ਹੀਆਂ ਨੇ, ਉਹਨੂੰ ਡੈਮੋਕ੍ਰੈਟਿਕ, ਸੈਕੂਲਰ, ਲਿਬਰਲ
ਸੋਚ ਵਾਲੇ ਲੋਕ ਬਣਾਉਣਾ ਹੈ ਤੇ ਸਾਨੂੰ ਜੀ। ਸਾਰੀ ਜਿਹੜੀ ਐਜੂਕੇਸ਼ਨ ਹੈ ਉਸ ਤਰ੍ਹਾਂ ਵਿਉਂਤਨੀ ਹੋਏਗੀ। ਕੁਝ ਮਾਹਿਰਾਂ ਵੱਲੋਂ ਰਿਪੋਰਟਾਂ ਤਾਂ ਆਉਂਦੀਆਂ ਰਹੀਆਂ, ਜਿਵੇਂ ਡਾਕਟਰ ਰਾਧਾ ਕ੍ਰਿਸ਼ਨਨ ਨੇ ਹਾਇਰ ਐਜੂਕੇਸ਼ਨ ਦੀ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਦੀ ਰਿਪੋਰਟ ਜਲਦੀ ਹੀ ਆ ਗਈ ਸੀ। ਫਿਰ ਉਸ ਤੋਂ ਬਾਅਦ ਸੈਕੰਡਰੀ ਐਜੂਕੇਸ਼ਨ ਦੀ ਰਿਪੋਰਟ ਵੀ ਮੁਦਾਲਿਆਰ ਕਮਿਸ਼ਨ ਸੀ 1952 ਵਿੱਚ, ਉਹ ਵੀ ਆ ਗਿਆ। ਜੀ। ਸਭ ਤੋਂ ਪਹਿਲੀ ਜਿਹੜੀ ਇਸ ਤਰ੍ਹਾਂ ਦੀ ਰਿਪੋਰਟ ਔਰ ਇਸ ਤਰ੍ਹਾਂ ਦਾ ਕੰਮ ਜਿਹੜਾ ਪ੍ਰਾਇਮਰੀ ਐਜੂਕੇਸ਼ਨ ਜਾਂ ਨਰਸਰੀ ਐਜੂਕੇਸ਼ਨ ਤੋਂ ਲੈ ਕੇ ਯੂਨੀਵਰਸਿਟੀ ਐਜੂਕੇਸ਼ਨ ਤੱਕ ਇੱਕ ਨੀਤੀ ਬਣਾਵੇ, ਉਹ ਹੋਇਆ 1964 ਵਿੱਚ। 1964 ਵਿੱਚ ਕੋਠਾਰੀ ਕਮਿਸ਼ਨ ਦੇ ਨਾਂ ਨਾਲ ਬਹੁਤ ਮਸ਼ਹੂਰ ਕਮਿਸ਼ਨ ਹੈ। ਉਹਨਾਂ ਨੇ 2 ਸਾਲ ਲਗਾ ਕੇ 700-800 ਪੇਜ ਦੀ ਆਪਣੀ ਰਿਪੋਰਟ, ਬਲਕਿ ਇਸ ਤੋਂ ਵੀ ਵੱਡੀ ਰਿਪੋਰਟ ਦਿੱਤੀ, ਔਰ ਉਹਦੇ ਆਧਾਰ ਤੇ 1968 ਦੇ ਵਿੱਚ ਪਹਿਲੀ ਹਿੰਦੁਸਤਾਨ ਦੀ ਸਿੱਖਿਆ ਨੀਤੀ ਸਾਡੇ ਸਾਹਮਣੇ ਆਈ। ਜੀ ਸਰ। ਅੰਗਰੇਜ਼ ਰਾਜ ਦੇ ਵਿੱਚ ਇਹ ਹੁੰਦਾ ਸੀਗਾ ਕਿ ਹਰ 20 ਸਾਲ ਬਾਅਦ ਉਸ ਨੂੰ ਉਹ ਰਿਵਿਊ ਕਰਦੇ ਸੀ। ਜੀ। ਤੇ ਹੁਣ ਵੀ ਪੂਰੇ 20 ਸਾਲ ਬਾਅਦ ਰਾਦਰ 1986 ਦੇ ਵਿੱਚ ਫਿਰ ਇੱਕ ਦੂਸਰੀ ਨੀਤੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ, ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਉਹ ਆਈ। 86 ਦੀ ਪਾਲਿਸੀ ਜਦੋਂ ਆਈ, ਹਾਲਾਤ ਇੰਨੇ ਤੇਜ਼ੀ ਨਾਲ ਬਦਲੇ ਕਿ ਉਹਨਾਂ ਨੂੰ 1992 ਵਿੱਚ ਰਿਵਾਈਜ਼ ਕਰਨਾ ਪਿਆ। ਤੇ 1992 ਤੋਂ ਬਾਅਦ ਇਹ ਡਾਕਟਰ ਸਾਹਿਬ 1986 ਵਾਲੀ ਰਾਮ ਮੂਰਤੀ ਹੋਣਾ ਵਾਲੀ ਜਿਹੜੀ ਕਮੇਟੀ ਉਹ ਹੈ ਜੀ? ਉਹ ਦੂਸਰੀ ਸੀ ਜੀ। ਰਾਮ ਮੂਰਤੀ ਕਮੇਟੀ ਜਿਹੜੀ ਆ ਉਹ 1992 ਵਾਲੀ ਜਿਹੜੀ ਰਿਵਾਈਜ਼ਡ ਰਿਪੋਰਟ ਜਿਹੜੀ ਹੈ ਉਹ ਆਈ ਸੀ। ਕਿਉਂਕਿ ਆਰਥਿਕ, ਸਮਾਜਿਕ ਔਰ ਜਿਹੜੇ ਇੰਟਰਨੈਸ਼ਨਲ ਹਾਲਾਤ ਨੇ ਉਹ ਕਾਫੀ ਤੇਜ਼ੀ ਨਾਲ ਬਦਲ ਰਹੇ ਸਨ, ਤੇ ਉਹਨਾਂ ਨੂੰ ਇਹ ਲੱਗਿਆ ਕਿ 86 ਵਾਲੀ ਨੂੰ ਥੋੜਾ ਹੋਰ ਰਿਵਾਈਜ਼ ਕਰਨਾ ਪਏਗਾ ਜਾਂ ਪਹਿਲੀਆਂ ਕੁਝ ਕਮੀਆਂ ਨੂੰ ਠੀਕ ਕਰਨਾ ਪਏਗਾ, ਕੁਝ ਜੋੜਿਆ ਕੁਝ ਕੱਟਿਆ, ਰਾਈਟ। ਉਸ ਤੋਂ ਬਾਅਦ ਜਿਹੜੀ ਬਿਲਕੁਲ ਪ੍ਰਾਇਮਰੀ ਜਾਂ ਨਰਸਰੀ ਐਜੂਕੇਸ਼ਨ ਤੋਂ ਲੈ ਕੇ ਯੂਨੀਵਰਸਿਟੀ ਐਜੂਕੇਸ਼ਨ ਤੱਕ ਜਿਹੜੀ ਫੁੱਲ ਫਲੈਜਡ ਜਿਹੜੀ ਪਾਲਿਸੀ ਉਸ ਤੋਂ ਬਾਅਦ ਆਈ ਹੈ, ਉਹ ਹੁਣ 2020 ਵਿੱਚ ਆਈ। ਜੀ ਸਰ। ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ 28 ਸਾਲ ਲੱਗ ਗਏ, ਕਿਉਂਕਿ ਮੈਂ 1992 ਨੂੰ ਵਿੱਚ ਗਿਣਦਾ ਕਿ 1992 ਤੋਂ ਬਾਅਦ ਜੇ ਆਪਾਂ 2020 ਗਿਣਦੇ ਹਾਂ ਤੇ 28 ਸਾਲ ਬਣਦੇ ਨੇ। ਲੇਕਿਨ ਇਹਦੇ ਦੌਰਾਨ ਕਾਫੀ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਝ ਖੇਤਰਾਂ ਤੇ ਫੋਕਸ ਕਰਕੇ, ਜਿਵੇਂ ਹਾਇਰ ਐਜੂਕੇਸ਼ਨ, ਸਕੂਲ ਐਜੂਕੇਸ਼ਨ, ਪ੍ਰੋਫੈਸ਼ਨਲ ਐਜੂਕੇਸ਼ਨ, ਇਸ ਤਰ੍ਹਾਂ ਦੀਆਂ ਰਿਪੋਰਟਸ ਤਾਂ ਆਉਂਦੀਆਂ ਰਹੀਆਂ ਲਗਾਤਾਰ। ਜੀ। ਸੋ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜੀ ਪਾਲਿਸੀ ਆਈ ਹੈ, ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ 28 ਸਾਲ ਜਦੋਂ ਪਾਲਿਸੀ ਨਹੀਂ ਆਈ ਸੀ ਤੇ ਹਿੰਦੁਸਤਾਨ ਸੁੱਤਾ ਹੋਇਆ ਸੀ। ਬਿਲਕੁਲ ਨਹੀਂ, ਨਾ ਸਮਾਜ ਸੁੱਤਾ ਸੀ, ਨਾ ਲੋਕ ਸੁੱਤੇ ਹੋਏ ਸੀ। ਉਹ ਆਪਣੇ ਤਰੀਕੇ ਨਾਲ ਉਹ ਕੰਮ ਤਾਂ ਕਰ ਰਹੇ ਸੀਗੇ। ਜਿਹੜੀ ਹੁਣ ਦੀ ਪਾਲਿਸੀ ਹੈ, ਇਹਦੇ ਬਾਰੇ ਕੁਝ ਗੱਲਾਂ ਮੈਂ ਜੇ ਬਹੁਤ ਸੰਖੇਪ ਵਿੱਚ 1-2 ਗੱਲਾਂ ਮੈਂ ਕਰਨੀਆਂ। ਇਹ ਪਾਲਿਸੀ 4 ਸਾਲ 5 ਸਾਲ ਬਣਨ ਚ ਲੱਗ ਗਏ ਜੀ। 2014 ਚ ਸ਼ੁਰੂ ਹੋਈ, ਇੱਕ ਕਮੇਟੀ ਬਣੀ। ਉਸ ਕਮੇਟੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸੁਬਰਾਮਨੀਅਮ ਕਮੇਟੀ ਸੀ, ਸੁਬਰਾਮਨੀਅਮ ਕੈਬਨਿਟ ਸੈਕਟਰੀ ਸੀਗੇ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਗਾਈਡ ਕਰੋ ਕਿ ਅਸੀਂ ਪਾਲਿਸੀ ਕਿਵੇਂ ਬਣਾਈਏ। ਉਹਨਾਂ ਨੇ 2016 ਵਿੱਚ ਆਪਣੀ ਰਿਪੋਰਟ ਦੇ ਦਿੱਤੀ। ਉਹ ਰਿਪੋਰਟ ਸ਼ਾਇਦ ਇਹਨਾਂ ਨੂੰ ਪਸੰਦ ਨਹੀਂ ਆਈ ਹੋਣੀ ਜੀ। ਇਹ ਸਰਕਾਰ ਨੇ ਉਸ ਨੂੰ ਦੱਬੀ ਰੱਖਿਆ। ਅੱਛਾ ਜੀ। ਇੱਥੋਂ ਤੱਕ ਕਿ ਸੁਬਰਾਮਨੀਅਮ ਸਾਹਿਬ ਨੇ ਇਹ ਕਹਿ ਦਿੱਤਾ ਕਿ ਜੇ ਤੁਸੀਂ ਇਸ ਨੂੰ ਪਬਲਿਕ ਨਹੀਂ ਕਰਦੇ ਤਾਂ ਮੈਂ ਪਬਲਿਕ ਕਰ ਦਿਆਂਗਾ। ਜੀ। ਤਾਂ ਸਰਕਾਰ ਨੇ ਪਬਲਿਕ ਨਹੀਂ ਕੀਤਾ ਤੇ ਸੁਬਰਾਮਨੀਅਮ ਸਾਹਿਬ ਨੇ ਆਪ ਉਸ ਰਿਪੋਰਟ ਨੂੰ ਪਬਲਿਕ ਕਰ ਦਿੱਤਾ ਜੀ। ਖੈਰ, ਜਦੋਂ ਪਬਲਿਕ ਹੋ ਗਈ ਤੇ ਫਿਰ ਉਹਦੇ ਤੇ ਬਹਿਸ ਹੋਣੀ ਲਾਜ਼ਮੀ ਸੀਗੀ। ਜਦੋਂ ਬਹਿਸ ਹੋਈ ਤੇ ਉਸ ਤੋਂ ਬਾਅਦ ਫਿਰ ਉਹ ਚੰਗੀ ਰਿਪੋਰਟ ਸੀ ਕਾਫੀ, ਪਰ ਫਿਰ ਵੀ ਉਹ 'ਚ ਕਾਫੀ ਕਮੀਆਂ ਸੀ। ਲੇਕਿਨ ਫਿਰ ਇਸ ਗਵਰਨਮੈਂਟ ਨੇ ਇੱਕ ਨਵੀਂ ਕਮੇਟੀ ਬਣਾ ਦਿੱਤੀ। ਉਹ ਸਪੇਸ ਸਾਇੰਟਿਸਟ ਨੇ ਪ੍ਰੋਫੈਸਰ ਕੇ ਕਸਤੂਰੀ ਰੰਗਨ, ਉਹਨਾਂ ਦੀ ਸਦਾਰਤ ਵਿੱਚ ਇੱਕ ਹੋਰ ਕਮੇਟੀ ਬਣਾ ਦਿੱਤੀ
ਕਿ ਤੁਸੀਂ ਦੱਸੋ ਸਾਨੂੰ ਕਿ ਵੀ ਆਪਾਂ ਕਿਵੇਂ ਦੀ ਪਾਲਿਸੀ ਬਣਾਈਏ। ਤੇ ਹਮ, ਉਹਨਾਂ ਨੇ 3 ਸਾਲ ਲਗਾ ਕੇ 2019 ਵਿੱਚ 500 ਪੇਜ ਦੀ ਰਿਪੋਰਟ ਜਿਹੜੀ ਹੈ ਉਹ ਦੇ ਦਿੱਤੀ, ਡਰਾਫਟ, ਕਿ ਵੀ ਜੀ ਇਹ ਲਓ ਅਸੀਂ ਦਿੰਦੇ ਹਾਂ। ਤੇ ਉਸ ਡਰਾਫਟ ਦੇ ਉੱਪਰ ਚਰਚਾ ਹੋਇਆ ਹਮ, ਜਿੰਨਾ ਵੀ ਹੋ ਸਕਦਾ ਸੀ, ਤੇ ਫਿਰ 2020 ਵਿੱਚ 65 ਕਿ 66 ਪੇਜ ਦੀ ਜਿਹੜੀ ਪਾਲਿਸੀ ਹੈ ਉਹ ਹੁਣ ਅੰਤਮ ਜਿਹੜਾ ਰੂਪ ਹੈ ਉਹਦਾ ਉਹ ਆ ਗਿਆ ਪਿਛਲੇ ਜੁਲਾਈ ਦੇ ਵਿੱਚ। ਹਮ, ਉਸ ਨੂੰ ਵੀ 1 ਸਾਲ ਆਈ ਨੂੰ ਹੋ ਗਿਆ। ਹਮ, ਤੋ ਇਹ ਚਰਚਾ ਵੀ ਕਹਿੰਦੇ ਅਸੀਂ ਕਾਫੀ ਕੀਤੀ ਹੈ, ਲੇਕਿਨ ਚਰਚਾ ਇੰਨੀ ਜ਼ਿਆਦਾ ਨਹੀਂ ਹੋਈ। ਜੇ ਇਸ ਪਾਲਿਸੀ ਨੂੰ ਪਿਛਲੀਆਂ ਪਾਲਿਸੀਜ਼ ਦੇ ਨਾਲ ਇਹਨਾਂ ਦਾ ਜੇ ਅਸੀਂ ਮੁਕਾਬਲਾ ਕਰਕੇ ਦੇਖੀਏ ਤੇ ਪਿਛਲੀਆਂ ਪਾਲਿਸੀਜ਼ ਦੇ ਉੱਪਰ ਜਿਹੜੀ ਚਰਚਾ ਹੈ ਉਹ ਜ਼ਿਆਦਾ ਗੰਭੀਰ ਔਰ ਗਹਿ ਗੱਚ ਹੋਈ, ਪਾਰਲੀਮੈਂਟ ਤੱਕ ਹੋਈ, CAB ਵਿੱਚ ਹੋਈ, ਮਤਲਬ ਜਿਹਨੂੰ ਸੱਚੀ ਮੁੱਚੀ ਚਰਚਾ ਕਹਿੰਦੇ ਨੇ। ਤੁਸੀਂ ਇਹ ਯਕੀਨ ਕਰੋਗੇ ਕਿ 1968 ਦੀ ਜਿਹੜੀ ਡਰਾਫਟ ਰਿਪੋਰਟ ਹੈ ਉਹਦੇ ਵਿੱਚ ਜਿੰਨੇ ਪੇਜ ਰਿਪੋਰਟ ਦੇ ਨੇ ਉਨੇ ਹੀ ਪੇਜ ਡਾਇਸੈਂਟ ਦੇ ਵੀ ਜੀ 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 ਚਰਚਾ ਤੋਂ ਬਾਅਦ। ਤੇ ਫਿਰ ਉਹ ਪਾਲਿਸੀ ਬਣੀ, ਪਾਰਲੀਮੈਂਟ ਦੀ ਮੋਹਰ ਲੱਗੀ। 86 ਵਿੱਚ ਵੀ ਇਦਾਂ ਹੀ ਹੋਇਆ, ਇੱਕ ਚੈਲੰਜ ਆਫ ਐਜੂਕੇਸ਼ਨ ਡਾਕੂਮੈਂਟ ਕੱਢਿਆ ਤੇ ਦੇਸ਼ ਭਰ ਵਿੱਚ ਚਰਚਾ ਹੋਈ, ਫਿਰ ਪਾਰਲੀਮੈਂਟ 'ਚ ਹੋਈ। ਇਹ ਇੱਕ ਅਜਿਹੀ ਵਾਹਿਦ ਪਹਿਲੀ ਪਾਲਿਸੀ ਹੈ ਜਿਸ ਨੇ ਅਜੇ ਪਾਰਲੀਮੈਂਟ ਦਾ ਮੂੰਹ ਨਹੀਂ ਦੇਖਿਆ। ਜੀ 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 ਇਸ ਪਾਲਿਸੀ ਦੀ ਪਾਰਲੀਮੈਂਟ ਚਰਚਾ ਨਹੀਂ ਹੋਈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਕੋਈ ਨਿਯਮ ਨਹੀਂ ਹੈ, ਕੋਈ ਕਾਨੂੰਨ ਨਹੀਂ ਹੈ, ਇਹ ਤਾਂ ਸਰਕਾਰ ਦਾ ਇੱਕ ਨੀਅਤ ਦਾ ਡਾਕੂਮੈਂਟ ਹੈ। ਜੀ ਸੋ ਇਹ ਸਥਿਤੀ ਹੈ। ਤੇ ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਦੱਸੀ ਹੈ ਕਿ ਸਾਡੀ ਲੋਕ ਸਭਾ ਦੇ ਅੰਦਰ ਚਰਚਾ ਨਹੀਂ ਹੋਈ, ਲੇਕਿਨ ਜਨਤਾ ਦਾ ਬਹੁਤ ਵੱਡਾ ਇਤਰਾਜ਼ ਹੈ ਵੀ ਕਰੋਨਾ ਸੰਕਟ ਚੱਲ ਰਿਹਾ ਸੀ, ਉਸ ਸੰਕਟ ਦੌਰਾਨ ਖੇਤੀ ਦੀ ਨੀਤੀ ਬਣੀ, ਵਿੱਦਿਆ ਦੀ ਨੀਤੀ ਬਣੀ, ਹੋਰ ਬਹੁਤ ਸਾਰੀਆਂ ਨੀਤੀਆਂ ਬਣੀਆਂ। ਤੇ ਇਹ ਕਾਰਨ ਕੀ ਆ ਕਿ ਸਾਡਾ ਇੱਕ ਪਵਿੱਤਰ ਸਦਨ ਜਿਹੜਾ ਉਹਦੇ ਵਿੱਚ ਚਰਚਾ ਕਿਉਂ ਨਹੀਂ ਹੁੰਦੀ? ਦਰਅਸਲ ਮੈਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਆਪਣੇ ਆਪ ਉਹਨਾਂ ਨੇ ਇੱਕ ਫਰੇਜ਼ ਉਹ ਯੂਜ਼ ਕਰਦੇ ਨੇ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ, ਕਿ ਆਪਦਾ ਮੈਂ ਅਫਸਰ, ਜੀ ਜੀ ਕਿ ਮੁਸ਼ਕਿਲ ਜਿਹੜੀ ਪਵੇ ਤੇ ਉਹਦੇ ਵਿੱਚ ਮੌਕਾ ਆਪਣਾ ਲੱਭੋ। ਜੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਆਪਦਾ ਵਿੱਚ ਅਫਸਰ ਹੀ ਲੱਭਿਆ ਗਿਆ ਕਿ ਹੁਣ ਲੋਕ ਕਿੱਥੇ ਚਰਚਾ ਕਰਨਗੇ। ਪਰ ਫਿਰ ਵੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਪੰਜਾਬ ਦੇ ਵਿੱਚ ਇਸ ਨੀਤੀ ਦੇ ਬਾਰੇ ਕਾਫੀ ਚਰਚਾ ਹੋਈ। ਹੁਣ ਤਰਸੇਮ ਬਾਈਆ ਜੀ ਨਹੀਂ ਰਹੇ ਤੇ ਪ੍ਰੋਫੈਸਰ ਤਰਸੇਮ ਬਾਈਆ ਨੇ ਲੀਡ ਲੈ ਕੇ ਡਰਾਫਟ ਤੋਂ ਲੈ ਕੇ ਤੇ ਜਦੋਂ ਅਗਲੀ ਪਾਲਿਸੀ ਆਈ ਹੈ ਤੇ ਉਤੋਂ ਤੱਕ ਉਹਨਾਂ ਨੇ ਕਾਲਜਾਂ ਵਿੱਚ ਥਾਂ ਤੇ ਚਰਚਾ ਕਰਵਾਈ ਔਰ ਬਹੁਤ ਲੋਕ ਸ਼ਾਮਿਲ ਵੀ ਹੋਏ। ਕਾਫੀ ਇਤਰਾਜ਼ ਨੇ ਉਹਦੇ ਬਾਰੇ, ਖਾਸ ਕਰ ਹਾਇਰ ਐਜੂਕੇਸ਼ਨ ਨੂੰ ਲੈ ਕੇ ਤੇ ਹੋਰ, ਲੇਕਿਨ ਅਜੇ ਉਹਦੇ ਬਾਰੇ ਕੋਈ ਜਿਹਨੂੰ ਅਸੀਂ ਕਹਿ ਸਕਦੇ ਹਾਂ ਨਾ ਕਿ ਬਲੂਪ੍ਰਿੰਟ, ਕਿ ਇਹ ਲਾਗੂ ਕਿਵੇਂ ਹੋਏਗੀ, ਇਸ ਦੇ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਡਾਕਟਰ ਸਾਹਿਬ ਤੁਸੀਂ ਜਿਵੇਂ ਦੱਸ ਰਹੇ ਸੀ 1986 ਵਿੱਚ ਜਿਹੜੀ ਸਿੱਖਿਆ ਨੀਤੀ ਬਣੀ ਉਹਦਾ ਰਿਵਿਊ ਹੋਇਆ, ਫਿਰ ਉਹਨੂੰ ਵੱਡੇ ਪੱਧਰ ਤੇ ਲਗਭਗ ਕਹਿੰਦੇ ਜੀ 5 ਭਾਗਾਂ ਵਿੱਚ ਵੱਡ ਆਕਾਰੀ ਜਿਹੜਾ ਰੂਪ ਦੇ ਕੇ ਉਹਨੂੰ ਪ੍ਰਕਾਸ਼ਿਤ ਕੀਤਾ ਸੀ। ਤੇ ਅੱਜ ਵੀ ਇਹ ਕੰਮ ਕੀਤਾ ਜਾ ਸਕਦਾ ਸੀ। ਅੱਜ ਤਾਂ ਡਿਜੀਟਲ ਸਾਡੇ ਕੋਲ ਸਾਰਾ ਮੀਡੀਆ ਸਭ ਕੁਝ ਹੈਗਾ, ਤੇ ਲੋਕਾਂ ਦੇ ਇਤਰਾਜ਼ ਹੋਣ ਕਿ ਸਾਨੂੰ ਪਹਿਲਾਂ ਪੁੱਛਿਆ ਨਹੀਂ ਜਾਂ ਸਾਨੂੰ ਦੱਸਿਆ ਨਹੀਂ। ਕੀ ਗੱਲ ਹੋ ਗਈ ਹੈ ਕਿ ਜ਼ਮਾਨਾ ਬਦਲ ਗਿਆ ਜੀ। 1986 ਵਿੱਚ ਡਿਜੀਟਲ ਜ਼ਮਾਨਾ ਨਹੀਂ ਸੀ ਜੀ। ਅੱਜ ਅਸੀਂ ਸ਼ਿਕਾਰ ਹੋ ਗਏ ਹਾਂ ਇਹ ਨਵੀਂ ਟੈਕਨੋਲੋਜੀ ਦਾ ਜੀ। ਨਵੀਂ ਟੈਕਨੋਲੋਜੀ ਦੇ ਵਿੱਚ ਇੱਕ ਚੀਜ਼ ਆ ਗਈ ਹੈ ਕਿ ਸਭ ਕੁਝ ਆਸਾਨ ਹੋ ਗਿਆ ਨਾ। ਹੁਣ ਮੇਰਾ ਤੁਹਾਡਾ ਮਿਲਣਾ ਅਦਰਵਾਈਜ਼ ਮੁਸ਼ਕਿਲ ਸੀ, ਪਰ ਹੁਣ ਆਸਾਨ ਹੋ ਗਿਆ। ਪਰ ਇਹ ਆਸਾਨੀ ਨੇ ਜੀ ਸਾਨੂੰ ਲਥਾਰਜਿਕ ਵੀ ਬਣਾ ਦਿੱਤਾ ਹੈ। ਠੀਕ ਹੈ। ਤੇ ਹੁਣ ਇੱਕ ਹੋਰ ਗੱਲ ਹੋ ਗਈ ਹੈ ਜਿਹਦੇ 2 ਪਰਪਸ ਹੱਲ ਹੋ ਜਾਂਦੇ ਨੇ। ਉਹ ਇਹ ਹੋ ਗਿਆ ਕਿ ਡਿਜੀਟਲ ਦੇ ਵਿੱਚ ਹੁਣ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੀ ਤੁਰਤ ਫੁਰਤ ਫਟਾਫਟ ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਕਹੋ। ਤੁਸੀਂ ਇਹ ਕਹੋ ਕਿ ਵੀ ਜੀ ਅਸੀਂ ਇਹ ਨੀਤੀ ਜਾਰੀ ਕਰਤੀ,
ਇਹ ਪੋਰਟਲ ਹੈ ਤੇ 500 ਸ਼ਬਦਾਂ ਦੇ ਵਿੱਚ ਜਾਂ 400 ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਗੱਲ ਕਹਿ ਦਿਓ, ਸੁਜੈਸ਼ਨ ਦੇ ਦਿਓ। ਅੱਛਾ, ਕਈ ਵਾਰ ਹੁੰਦਾ ਰਸ਼ਪਾਲ ਸਿੰਘ ਜੀ, ਕੁਝ ਗੱਲਾਂ ਤੁਸੀਂ ਪੂਰੀ ਦਲੀਲ ਨਾਲ ਦੇਣੀਆਂ ਹੁੰਦੀਆਂ ਨੇ, ਉਹ 500 ਸ਼ਬਦਾਂ ਦੇ ਫਾਰਮੈਟ 'ਚ ਪੂਰੀਆਂ ਨਹੀਂ ਹੁੰਦੀਆਂ। ਅੱਛਾ, ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਰਸਮ ਬਣ ਕੇ ਰਹਿ ਜਾਂਦੀ ਹੈ ਤੇ ਸੱਚੀ ਮੁੱਚੀ ਚਰਚਾ ਨਹੀਂ ਹੁੰਦੀ। ਮੈਨੂੰ ਇੰਝ ਲੱਗਦਾ ਹੈ ਕਿ ਇਹ ਜਿਹੜਾ ਅਸੀਂ ਇਹ ਫੜ ਲਿਆ ਨਾ, ਹੁਣ ਇਹ ਵੀ ਜਿਹੜਾ ਹੁਣ ਤੁਸੀਂ ਵੀ ਗੱਲ ਹੁਣੇ ਆਪਾਂ ਕੁਝ ਦੇਰ ਪਹਿਲੇ ਕੀਤੀ ਸੀ ਕਿ ਜੀ ਇਹ ਲਓ ਜੀ ਸੁਜੈਸ਼ਨ ਆਪਾਂ ਚੇਂਜ ਕਰਨੀ ਹੈ, ਸੁਜੈਸ਼ਨ ਦੇ ਦਿਓ ਜੀ। 10 ਦਿਨ ਦਾ ਟਾਈਮ ਦੇ ਦਿੱਤਾ ਜੀ, ਭਈ 10 ਦਿਨ ਬੰਦਾ ਸੋਚੇਗਾ, ਲਿਖੇਗਾ, ਕਰੇਗਾ। ਮਤਲਬ ਇਹ ਕੋਈ ਦੇਖੋ ਇਸ ਤਰ੍ਹਾਂ ਨਹੀਂ, ਇੰਜ ਨਹੀਂ ਹੈਗਾ ਕਿ ਵੀ ਦਹਾਕਿਆਂ ਦੇ ਕਰਨ ਵਾਲਾ ਕੰਮ ਹੁੰਦਾ ਜੀ, ਦਹਾਕੇ ਕੰਮ ਕਰਨਾ, ਕਿੰਨੇ ਦਹਾਕੇ ਕੰਮ ਕਰੋ। ਐਗਜ਼ੈਕਟਲੀ, ਹਾਂਜੀ। ਇਹਦੇ ਵਿੱਚ ਇਹ ਹੁੰਦਾ ਹੈ ਕਿ ਮਤਲਬ ਤੁਸੀਂ ਟਿਕ ਕੇ ਬੈਠਣਾ ਹੁੰਦਾ ਹੈ ਤੇ ਇਹ ਸਮਾਂ ਔਰ ਇਹ ਜਿਹੜੀਆਂ ਬੰਧਨ ਨੇ, ਇਹ ਬਹੁਤ ਵਾਰ ਤੁਹਾਨੂੰ ਆਪਣੀ ਗੱਲ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਹਿਣ ਦਾ ਮੌਕਾ ਨਹੀਂ ਦਿੰਦੀਆਂ। ਤੇ ਸ਼ਾਇਦ ਪਰ ਇੱਕ ਗੱਲ ਹੈ ਕਿ ਗਿਣਤੀ ਪੱਖੋਂ ਉਹਨਾਂ ਦੇ ਕੋਲ ਇਹ ਕਹਿਣ ਨੂੰ ਡਾਟਾ ਹੋ ਜਾਂਦਾ ਹੈ ਕਿ ਅਸੀਂ 2.5 ਲੱਖ ਸੁਜੈਸ਼ਨਸ ਆਈਆਂ ਸੀ ਜੀ, ਤੁਸੀਂ ਇਦਾਂ ਦੀਆਂ ਭਾਵੇਂ 20 ਲੱਖ ਲੈ ਲਓ, ਠੀਕ ਹੈ। ਤਾਂ ਮੈਂ ਮਤਲਬ 4 ਲਾਈਨਾਂ 'ਚ ਮੈਂ ਗੱਲ ਕਰਨੀ ਹੈ, ਮੈਂ ਨਹੀਂ ਕਰ ਸਕਦਾ। ਹੁਣ ਜੇ ਮੈਨੂੰ ਕੋਈ ਪੁੱਛੇ ਕਿ ਤੁਸੀਂ ਮੈਨੂੰ ਇਹ ਦੱਸੋ, ਹਾਂ ਮੈਂ ਡਿਕਲੇਅਰ ਕਰਾਂਗਾ ਕਿ ਮੈਂ ਇੰਨਾ ਕਾਬਿਲ ਨਹੀਂ ਹਾਂ ਕਿ ਮੈਂ 4 ਲਾਈਨਾਂ ਵਿੱਚ ਤੁਹਾਨੂੰ ਮੈਂ ਗੱਲ ਸਾਰੀ ਸਮਝਾ ਦਿਆਂ, ਮੇਰੀ ਨਹੀਂ ਸਮਰੱਥਾ। ਫਿਰ ਜੇ ਇਹਦਾ ਮਤਲਬ ਫਿਰ ਮੈਂ ਗੱਲ ਨਹੀਂ ਕਰ ਸਕਦਾ। ਸੋ ਟੈਕਨੋਲੋਜੀ ਨੇ ਜਿੱਥੇ ਸਾਡੇ ਕੰਮ ਨੂੰ ਸੌਖਾ ਕੀਤਾ ਹੈ, ਜਿੱਥੇ ਸਾਨੂੰ ਦੁਰਲੱਭ ਚੀਜ਼ਾਂ ਤੱਕ ਪਹੁੰਚਣ ਦੀ ਸਾਡੀ ਸੌਖ ਬਣਾਈ ਹੈ, ਉੱਥੇ ਸਾਡੇ ਕੰਮਕਾਰ ਦੇ ਢੰਗ ਦੇ ਉੱਪਰ ਵੀ ਬਹੁਤ ਉਲਟਾ ਅਸਰ ਪਾਇਆ ਹੈ, ਜਿਹਦੇ ਵਿੱਚ ਉਹ ਜਿਹੜੀ ਰਿਗਰ, ਮਿਹਨਤ, ਉਹ ਜਿਹੜਾ ਪਸੀਨਾ ਵਗਾ ਕੇ ਕੰਮ ਕਰਨਾ ਤੇ ਟਿਕ ਕੇ ਬੈਠਣਾ, ਉਦਾਂ ਦੀ ਜਿਹੜੀ ਬਿਰਤੀ ਹੈ ਉਹ ਲਗਭਗ ਉੱਡਦੀ ਜਾ ਰਹੀ ਹੈ। ਤੇ ਇਹਦੇ ਵਿੱਚ ਫਾਇਦਾ ਉਹਨਾਂ ਨੂੰ ਹੁੰਦਾ ਹੈ ਜਿਹੜੇ ਲੋਕਾਂ ਦੀ ਇਗਨੋਰੈਂਸ ਦੇ ਨਾਲ ਬਹੁਤ ਕੰਮ ਕਰਵਾ ਜਾਣਾ ਚਾਹੁੰਦੇ ਨੇ। ਡਾਕਟਰ ਸਾਹਿਬ, ਤੁਸੀਂ ਇੱਕ ਡਾਟਾ ਹਵਾਲਾ ਦੇ ਰਿਹਾ ਸੀ, ਸੱਚਮੁੱਚ ਉਹ ਕਹਿ ਰਿਹਾ ਕਿ 2 ਲੱਖ ਤੋਂ ਉੱਪਰ ਵਿਅਕਤੀਆਂ ਦੀ, ਲੋਕਾਂ ਦੇ ਸੁਝਾਅ ਸਾਡੇ ਕੋਲ ਆਏ, ਸੰਸਥਾਵਾਂ ਦੇ ਸੁਝਾਅ ਸਾਡੇ ਕੋਲ ਆਏ, ਪਰ ਸੂਚੀ ਕੋਈ ਨਹੀਂ ਹੈ ਵੀ ਕੌਣ ਲੋਕ ਸੀ, ਉਹ ਕੌਣ ਸੰਸਥਾਵਾਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਸੁਝਾਅ ਦਿੱਤੇ। ਇਹ ਵੀ, ਔਰ ਦੂਸਰਾ ਇਹ ਕਿ ਉਹਨਾਂ ਵਿੱਚੋਂ ਕਿਹੜੇ ਸੁਝਾਅ ਮੰਨੇ ਗਏ ਜਾਂ ਕਿਹੜੇ ਸੁਝਾਅ ਬਹੁਤ ਬਹੁਤ ਲਾਹੇਵੰਦ ਸੀ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਰਿਆਂ ਦਾ ਨਾਂ ਦੱਸੋ ਜੇ 2.5 ਲੱਖ ਲੋਕ ਆਏ, ਲੇਕਿਨ ਦ ਪੁਆਇੰਟ ਇਜ਼ ਕਿ ਜਿਹੜੀ ਇਹ ਫਾਰਮੈਟ ਹੈ ਨਾ, ਜਿਸ ਰੂਪ ਵਿੱਚ ਤੁਸੀਂ ਸੁਜੈਸ਼ਨ ਮੰਗ ਰਹੇ ਹੋ, ਹੁਣ ਤੁਸੀਂ ਮਤਲਬ ਮੈਂ ਇੱਕ ਪੇਪਰ ਲਿਖ ਕੇ ਤੇ ਦੇ ਸਕਦਾ ਉਹਨਾਂ ਨੂੰ ਕਿ ਇਹ ਲਓ ਮੇਰਾ 10 ਪੇਜ ਦਾ ਪੇਪਰ ਹੈ ਜੀ, ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ। ਜੇ ਇੰਨੀ ਕਿਸੇ ਦੇ ਕੋਲ ਫੁਰਸਤ ਔਰ ਇੰਨਾ ਸੰਯਮ ਹੈਗਾ, ਠੀਕ ਹੈ। ਦੂਸਰਾ ਇਹ ਹੈ ਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕੰਸਲਟੇਸ਼ਨ ਦਾ ਇੰਟਰਨਲ ਪ੍ਰੋਸੈਸ ਕੀ ਸੀ, ਹੋ ਸਕਦਾ ਬੜਾ ਵਧੀਆ ਹੋਵੇ, ਪਰ ਸਾਨੂੰ ਉਹਦੀ ਜਾਣਕਾਰੀ ਨਹੀਂ ਹੈ। ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਨੂੰ ਸੁਜੈਸ਼ਨਸ ਨਹੀਂ ਆਈਆਂ ਹੋਣਗੀਆਂ, ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹਨਾਂ ਨੂੰ ਬਹੁਤ ਚੰਗੇ ਲੋਕਾਂ ਨੇ ਸਲਾਹਾਂ ਨਹੀਂ ਦਿੱਤੀਆਂ ਹੋਣਗੀਆਂ, ਮੈਂ ਇਹ ਨਹੀਂ ਕਹਿ ਰਿਹਾ, ਪਰ ਸਾਨੂੰ ਘੱਟੋ ਘੱਟ ਇਸ ਗੱਲ ਦਾ ਨਹੀਂ ਪਤਾ ਕਿ ਵੀ ਉਹ ਕਿਵੇਂ ਡਿਵੈਲਪ ਹੋਈ ਗੱਲ। ਡਾਕਟਰ ਸਾਹਿਬ, ਕੁਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੀਤੀ ਦੇ ਅੰਦਰ ਜਿਹੜੀ ਆ ਅਕਹਿਰੀ ਸੋਚ, ਰਾਜਨੀਤਿਕ ਸੋਚ ਕੰਮ ਕਰ ਰਹੀ ਹੈ, ਜਿਸ ਦੇ ਵਿੱਚ ਨਵੇਂ ਨੈਣ ਨਕਸ਼ਾਂ ਵਾਲੀ ਇਹ ਨਵੀਂ ਵਿਦਿਅਕ ਨੀਤੀ ਹੈ, ਤੇ ਜਿਹਦੇ ਵਿੱਚ ਸੱਭਿਆਚਾਰਕ ਤੇ ਹੋਰ ਜਿਹੜਾ ਸਾਰਾ ਕੁਝ ਹੈ ਉਹ ਕੇਂਦਰੀਕਰਨ ਦੇ ਦੁਆਲੇ ਕੇਂਦਰ ਹੁੰਦਾ ਪਿਆ, ਭਾਵ ਕਿ ਇੱਕ ਜਿਹੜਾ ਸੰਘੀ ਢਾਂਚਾ ਉਹ ਤੋਂ ਕਿਤੇ ਦੂਰੀ ਹੈ। 3 ਮੁੱਖ ਸੁਰਾਂ ਨੇ ਇਸ ਨੀਤੀ ਦੀਆਂ। ਇੱਕ ਤੇ ਹੈ ਕਨਕੋਰ ਕੇਂਦਰੀਕਰਨ, ਟੋਟਲ ਸੈਂਟਰਲਾਈਜ਼ੇਸ਼ਨ, ਠੀਕ ਹੈ। ਦੂਸਰਾ ਹੈਗਾ ਪ੍ਰਾਈਵੇਟਾਈਜ਼ੇਸ਼ਨ, ਠੀਕ ਹੈ ਜੀ, ਤੇ ਤੀਸਰਾ ਹੈਗਾ ਜਿਹਨੂੰ ਉਹ ਜਿਹੜਾ ਤੁਸੀਂ ਕਲਚਰਲ ਇੱਕ ਨੁਐਂਸਸ ਜਿਹਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ
ਬਹੁਤ ਜ਼ੋਰ ਉਹਨਾਂ ਨੇ ਦਿੱਤਾ ਇਸ ਗੱਲ ਤੇ, ਇੰਡੀਅਨਾਈਜੇਸ਼ਨ ਤੇ, ਉਹਦਾ ਭਾਰਤੀਕਰਨ। ਅਸੀਂ ਇਹਨਾਂ ਤਿੰਨਾਂ ਗੱਲਾਂ ਤੇ ਅਲੱਗ-ਅਲੱਗ ਗੱਲ ਕਰ ਸਕਦੇ ਹਾਂ, ਪਰ ਪਹਿਲੇ ਮੈਂ ਜਿਹੜਾ ਆਖਰੀ ਜਿਹੜਾ ਇੰਡੀਅਨਾਈਜੇਸ਼ਨ ਆ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਜੀ 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 ਡਾਕਟਰ ਸਾਹਿਬ। ਦੇਖੋ, ਅਸੀਂ ਦੋ ਧਾਰਾਵਾਂ ਦੇ ਵਿੱਚ ਇਸ ਵੇਲੇ ਫਸ ਗਏ ਹਾਂ। ਅਸੀਂ ਇੱਕ ਬੰਨੇ ਇਸ ਗੱਲ ਨੂੰ ਆਪਣੇ ਮਨ ਤੇ ਬਿਠਾ ਲਿਆ ਹੈ ਕਿ ਮੁਗਲ ਲੋਕ ਆਏ, ਫਿਰ ਅੰਗਰੇਜ਼ ਆਏ ਤੇ ਸਾਡੀ ਸੰਸਕ੍ਰਿਤੀ ਤੇ ਸਾਡੀ ਜਿਹੜੀ ਸੋਚ ਹੈ ਉਹਦੇ ਤੇ ਉਹ ਕਾਬਜ਼ ਹੋ ਗਏ ਤੇ ਸਾਨੂੰ ਵਧਣ ਫੁੱਲਣ ਦਾ ਮੌਕਾ ਨਹੀਂ ਮਿਲਿਆ ਤੇ ਸਾਡਾ ਸਾਰਾ ਕੁਝ ਜਿਹੜਾ ਉਹ ਇਗਨੋਰ ਹੋ ਗਿਆ ਤੇ ਉਹਨਾਂ ਦਾ ਸਾਰਾ ਕੁਝ ਸਾਨੂੰ ਕਰਨਾ ਪੈ ਗਿਆ। ਠੀਕ ਹੈ ਜੀ। ਤੇ ਦੂਸਰਾ ਇਹਦੇ ਨਾਲ ਹੀ ਇੱਕ ਅਸੀਂ ਹੋਰ ਸੋਚ ਵੀ ਰੱਖਦੇ ਹਾਂ ਕਿ ਅਸੀਂ ਦੁਨੀਆ ਦੇ ਵਿੱਚ ਅਵਲ ਨੰਬਰ ਦਾ ਦੇਸ਼ ਬਣਨਾ ਚਾਹੁੰਦੇ ਹਾਂ। ਅਸੀਂ ਦੁਨੀਆ ਦੇ ਨਾਲ ਕੰਪੀਟ ਕਰਕੇ ਅਸੀਂ ਬਹੁਤ ਮਤਲਬ ਮੁਕਾਬਲੇ ਦੇ ਵਿੱਚ ਇੱਕ ਬਹੁਤ ਤਾਕਤਵਰ ਇੱਕ ਸੰਸਥਾ, ਇੱਕ ਤਾਕਤਵਰ ਦੇਸ਼ ਬਣਨਾ ਚਾਹੁੰਦੇ ਹਾਂ। ਅਸੀਂ ਵਿਸ਼ਵ ਗੁਰੂ ਬਣਨਾ, ਵਿਕਸਿਤ ਕਹਾਉਣਾ ਚਾਹੁੰਦੇ ਹਾਂ ਜੀ। ਹਾਂ, ਅਸੀਂ ਵਿਕਸਿਤ ਬਣਨਾ ਚਾਹੁੰਦੇ ਹਾਂ ਤੇ ਜੇ ਮੈਂ ਘੁਮਾਉਣਾ ਨਾ ਵੀ ਕਹਾਂ ਤਾਂ ਜੇ ਬਣਨਾ ਹੀ ਚਾਹੁੰਦੇ ਹਾਂ, ਮੈਂ ਇਹ ਕਹਿ। ਅੱਛਾ ਦੇਖੋ, ਇੱਕ ਗੱਲ ਤੁਹਾਨੂੰ ਮੈਂ ਦੱਸਾਂ ਕਿ ਆਪਣੀ ਵਿਰਾਸਤ ਤੇ, ਆਪਣੀ ਹੋਂਦ ਤੇ ਮਾਣ ਕਰਨਾ ਚੰਗੀ ਗੱਲ ਹੈ, ਹੋਣਾ ਹੀ ਚਾਹੀਦਾ, ਪਰ ਵਿਰਾਸਤ ਵਿੱਚ ਸਭ ਕੁਝ ਚੰਗਾ ਨਹੀਂ ਹੁੰਦਾ ਤੇ ਵਿਰਾਸਤ ਵਿੱਚ ਸਭ ਕੁਝ ਮਾੜਾ ਨਹੀਂ ਹੁੰਦਾ। ਵਿਰਾਸਤ ਤੇ ਮਾਣ ਕਰਨਾ ਤੇ ਵਿਰਾਸਤ ਦੇ ਵਿੱਚ ਆਪਣੀ ਤੀਖਣ ਸੋਚ ਦੇ ਨਾਲ ਇਹ ਸਮਝ ਕੇ ਕਿ ਕੀ ਚੰਗਾ ਹੈ ਤੇ ਕੀ ਮਾੜਾ ਹੈ, ਉਹਦੇ ਵਿੱਚ ਫਰਕ ਕਰਨਾ ਤੇ ਫਿਰ ਚੰਗੇ ਨੂੰ ਨਾਲ ਲੈ ਕੇ ਤੁਰਨਾ, ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਠੀਕ ਹੈ। ਤੇ ਅਸੀਂ ਲਗਭਗ ਇੰਜ ਹੋ ਗਿਆ ਹੈ ਕਿ ਇੰਡੀਅਨਾਈਜੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਇੰਜ ਲੱਗਦਾ ਹੈ ਕਿ ਸਾਨੂੰ ਬਿਲਕੁਲ ਪੁਰਾਤਨ ਸਮੇਂ ਵੱਲ ਧੱਕਿਆ ਜਾ ਰਿਹਾ ਹੈ। ਇੱਕ ਕਦਮ ਅਸੀਂ ਤੇ ਪਿੱਛੇ ਵੱਲ ਨੂੰ ਤੋਰ ਲਿਆ, ਵਿਗਿਆਨਕ ਯੁੱਗ ਤੋਂ ਪਿੱਛੇ ਜਾ ਰਿਹਾ ਹੈ। ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਜਿਹਨੂੰ ਕਹਿੰਦੇ ਨਾ ਕਿ ਮਾਈਥੋਲੋਜੀ ਨੂੰ ਬਿਲੀਵ ਕਰ ਰਹੇ ਹਾਂ। ਅਸੀਂ ਪਲਾਸਟਿਕ ਸਰਜਰੀ ਸਾਡੇ ਸਮੇਂ 'ਚ ਹੋ ਜਾਂਦੀ ਸੀ, ਉਦੋਂ ਹੀ ਸਾਰਾ ਕੁਝ ਹੀ ਹੋ ਜਾਂਦਾ ਸੀ। ਮਤਲਬ ਹੁਣ ਇਹ ਹੈ, ਇੱਕ ਬੰਨੇ ਤੁਸੀਂ ਇਹ ਆਪਣੇ ਨੂੰ ਭੁਲੇਖਾ ਦੇਣਾ ਚਾਹ ਰਹੇ ਹਾਂ ਕਿ ਜੀ ਜੋ ਅੱਜ ਵਿਕਾਸ ਹੋਇਆ ਨਾ, ਇਹ ਤੇ ਕੁਝ ਨਹੀਂ, ਆਪਾਂ ਤਾਂ ਪਹਿਲੇ ਹੀ ਕਰ ਚੁੱਕੇ ਸੀਗੇ ਜੀ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਤਾਂ ਹੋ ਗਿਆ ਜੋ ਹੋਣਾ ਸੀ, ਤੇ ਫਿਰ ਹੁਣ ਅੱਜ ਅਸੀਂ ਕੀ ਕਰੀਏ? ਅਸੀਂ ਪੁਰਾਣੇ ਨੂੰ ਲੈ ਕੇ ਉਹਦੇ ਤੇ ਵਿਰਲਾਪ ਕਰੀਏ ਤੇ ਲੋਕਾਂ ਨਾਲ ਲੜੀਏ ਕਿ ਆਪਣੇ ਆਪ ਨੂੰ ਸਾਬਤ ਕਰੀਏ ਕਿ ਸੁਣੋ ਲੋਕੋ, ਅਸੀਂ ਪਹਿਲੇ ਵੀ ਇਦਾਂ ਦੇ ਸੀ, ਤੁਸੀਂ ਸਾਨੂੰ ਰੋਲ ਦਿੱਤਾ ਸੀਗਾ ਪਰ ਅਸੀਂ ਰੁਲਦੇ ਨਹੀਂ, ਅਸੀਂ ਫਿਰ ਉੱਥੇ ਹੀ ਪਹੁੰਚ ਗਏ। ਹੁਣ ਇਹ ਜਿਹੜਾ ਫਿਰ ਅਸੀਂ ਉੱਥੇ ਹੀ ਪਹੁੰਚ ਗਏ ਵਾਲਾ ਸਫ਼ਰ ਹੈ, ਸਾਨੂੰ ਐਜੂਕੇਸ਼ਨ ਵਿੱਚ ਉਹ ਸਫ਼ਰ ਚਾਹੀਦਾ ਜਿਹਦੇ ਵਿੱਚ ਸਾਨੂੰ ਆਪਣੇ ਵਿਰਸੇ ਤੇ ਮਾਣ ਹੋਵੇ ਤੇ ਵਿਰਸੇ ਦੇ ਵਿੱਚ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਨਾਂ ਨੂੰ ਆਪਾਂ ਛੱਡਣ ਦਾ ਹਿੰਮਤ ਰੱਖੀਏ ਜੀ, ਅਗਾਂਹ ਤੁਰ ਸਕੀਏ ਜੀ। ਹੋਇਆ ਇਹ ਹੈਗਾ ਕਿ ਇਹ ਕੰਮ, ਇਹ ਜਿਹੜਾ ਰਸਤਾ ਨਾ ਔਖਾ ਬਹੁਤ ਹੈ ਵੀ ਵਿਰਸੇ ਨੂੰ ਪਛਾਣਨਾ ਤੇ ਅਗਾਂਹ ਤੁਰਨਾ। ਤੇ ਜੇ ਸਾਨੂੰ ਸੱਚੀ ਮੁੱਚੀ ਸਾਡੇ ਨਾਲ ਬੇਇਨਸਾਫੀ ਹੋਈ ਹੈ ਤੇ ਆਪਣੀ ਮਿਹਨਤ ਨਾਲ ਫਿਰ ਪ੍ਰੂਵ ਕਰਨਾ ਹੈ ਨਾ, ਇਹ ਕੰਮ ਔਖਾ। ਤੇ ਸੌਖਾ ਕੀ ਹੈ? ਲੋਕਾਂ ਨੂੰ ਇਸ ਭਰਮ ਚ ਪਾਈ ਜਾਓ ਕਿ ਆਪਾਂ ਤੇ ਬਹੁਤ ਕਮਾਲ ਦੇ ਸੀ। ਇੱਕ ਨਾ ਮੈਨੂੰ ਇੱਕ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੇ ਵਿਰਸੇ ਨੂੰ ਸਵਾਲ ਕਰ ਰਹੇ ਸੀ, ਕਰ ਹੀ ਰਹੇ ਸੀ ਨਾ ਸਵਾਲ, ਉਹ ਤੇ ਬ੍ਰਾਹਮਣਿਜ਼ਮ ਨੂੰ ਵੀ ਸਵਾਲ ਕਰ ਰਹੇ ਸੀ, ਉਹ ਤੇ ਜਨੇਊ ਨੂੰ ਵੀ ਸਵਾਲ ਕਰ ਰਹੇ ਸੀ, ਉਹ ਪਰੰਪਰਾਵਾਂ ਨੂੰ ਵੀ ਸਵਾਲ ਕਰ ਰਹੇ ਸੀ। ਠੀਕ ਹੈ। ਤੇ ਉਹ ਔਰਤਾਂ ਨੂੰ ਨਾ ਬਰਾਬਰੀ ਦਾ ਜਿਹੜਾ ਤੁਸੀਂ ਮਾਹੌਲ ਉੱਥੇ ਬਣਿਆ ਸੀ ਉਹਨੂੰ ਵੀ ਸਵਾਲ ਕਰ ਰਹੇ ਸੀ, ਜਾਤ ਪਾਤ ਨੂੰ ਵੀ ਕਰ ਰਹੇ ਸੀ ਜੀ, ਜਾਤ ਪਾਤ ਤੇ ਵੀ ਸਵਾਲ ਖੜਾ ਕਰ ਰਹੇ ਸੀ, ਜਾਤ ਪਾਤ ਤੇ ਵੀ ਕਰ ਰਹੇ ਸੀ। ਔਰ ਉਹ ਫਿਰ ਜਿਹੜੇ ਜ਼ਾਲਿਮ ਹਾਕਮ ਨੇ
ਉਹਨਾਂ ਨੂੰ ਵੀ ਸਵਾਲ ਕਰ ਰਹੇ ਸੀ, ਹੂੰ ਤੇ ਫਿਰ ਉਹ ਆਪਣੇ ਵਿਰਸੇ ਤੋਂ ਟੁੱਟ ਗਏ ਸੀ। ਉਦੋਂ ਉਹਨਾਂ ਲੋਕਾਂ ਨੇ ਜ਼ਰੂਰ ਕਿਹਾ ਹੋਵੇਗਾ ਕਿ ਗੁਰੂ ਨਾਨਕ ਰਾਈਆ ਹੋ ਗਿਆ, ਹੂੰ ਤੇ ਕਿਹਾ ਵੀ ਸੀ, ਹੂੰ ਠੀਕ ਹੈ। ਪਰ ਜੇ ਗੁਰੂ ਨਾਨਕ ਉਦੋਂ ਇਹ ਸਵਾਲ ਨਾ ਕਰਦੇ, ਅਸੀਂ ਅਗਾਂਹ ਨਾ ਤੁਰਦੇ। ਜੇ ਇਕਬਾਲ ਨੇ ਕਿਹਾ ਕਿ ਫਿਰ ਉੱਠੀ ਆਕਰ सदा तौहीद तौहीद की पंजाब से, एक मर्द कामिल ने जगाया लोगों ख्वाब को से। ख्वाब से। ਜੀ ਜੀ ਤੇ ਮਤਲਬ ਦਰਅਸਲ ਇਹ ਜਿਹਨੂੰ ਗੁਰਬਾਣੀ ਚ ਇੱਕ ਲਾਈਨ ਹੈ ਨਾ ਕਿ ਖੰਨੀਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਜੀ 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 ਅਸਲ ਦੇ ਵਿੱਚ ਉਹ ਸਿੱਖਿਆ ਦਾ ਮਾਰਗ ਹੀ ਬੜਾ ਔਖਾ ਹੈ। ਤੇ ਇੱਕ ਤਾਂ ਇੰਡੀਅਨਾਈਜੇਸ਼ਨ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੁਰਾਤਨ ਬੜਾ ਚੰਗਾ ਹੈ, ਲੇਕਿਨ ਆਪਾਂ ਨੂੰ ਅੱਗੇ ਦੇਖਣਾ ਚਾਹੀਦਾ। ਤੁਸੀਂ ਕੁਝ ਸਵਾਲ ਕਰਨਾ ਚਾਹ ਰਹੇ ਸੀ? ਮੇਰਾ ਸਵਾਲ ਡਾਕਟਰ ਸਾਹਿਬ ਇਹ ਸੀ ਕਿ ਜਿਹੜੀ ਸਾਡੀ ਇਹ ਸਿੱਖਿਆ ਨੀਤੀ ਹੈ, ਇਹਦੇ ਬਾਰੇ ਮਾਹਰ ਦੱਸਦੇ ਆ ਕਿ ਕਹਿੰਦੀ ਹੈ ਕਿ ਜਿਹੜਾ ਮਨੁੱਖ ਆ ਉਹਦੀ ਜੜ ਅਸੀਂ ਸਾਡੀ ਪ੍ਰਾਚੀਨ ਸੱਭਿਅਤਾ ਵਿੱਚ ਜੁੜ ਜਾਏਗੀ, ਸੱਭਿਆਚਾਰ ਵਿੱਚ ਜੁੜ ਜਾਏਗੀ, ਮੂਲ ਰਵਾਇਤਾਂ ਨਾਲ ਜੁੜ ਜਾਏਗੀ। ਪਰ ਉਹ ਗੱਲ ਜਿਹੜੀ ਹੈ ਨਜ਼ਰ ਆ ਨਹੀਂ ਰਹੀ। ਮਾਹਰਾਂ ਦਾ ਕਹਿਣਾ ਇਹ ਹੈ। ਦਰਅਸਲ ਮੈਨੂੰ ਇਹ ਲੱਗਦਾ ਹੈ ਕਿ ਮੈਂ ਆਪਣੀ ਜੜ ਨਾਲ ਜੇ ਜੁੜਦਾ ਤੇ ਮੈਨੂੰ ਇਹ ਲੱਗਦਾ ਕਿ ਇਹਦਾ ਮਤਲਬ ਮੈਂ ਇਹ ਸਮਝਦਾ ਕਿ ਮੈਂ ਹੰਕਾਰਿਆ ਨਾ ਜਾਵਾਂ, ਮੈਂ ਆਪਣੀ ਜ਼ਮੀਨ ਨਾਲ ਜੁੜਿਆ ਹੋਇਆ, ਲੇਕਿਨ ਮੈਂ ਅਸਮਾਨ ਵੱਲ ਉਡਾਰੀ ਵੀ ਤੇ ਮਾਰਾਂ। ਮਤਲਬ ਇਹ ਦੋਨੋਂ ਕੰਮ ਮੈਨੂੰ ਕਰਨੇ ਪੈਣਗੇ ਨਾ। ਮੈਂ ਜ਼ਮੀਨ ਨਾਲ ਵੀ ਜੁੜਾਂ, ਮੈਂ ਆਪਣੇ ਵਿਰਸੇ ਨਾਲ ਵੀ ਜੁੜਾਂ, ਮੈਂ ਆਪਣੇ ਪਿਛੋਕੜ ਨਾਲ ਵੀ ਜੁੜਾਂ, ਮੈਂ ਉਹਦੇ ਤੇ ਮੈਨੂੰ ਮਤਲਬ ਡਾਈਵਰਸਿਟੀ ਵੀ ਤਾਂ ਹੋਵੇ। ਡਾਈਵਰਸਿਟੀ ਵੰਨ-ਸੁਵੰਨਤਾ। ਦੇਖੋ ਡਾਈਵਰਸਿਟੀ ਬਿਲਕੁਲ ਜਿੰਨਾ ਤੁਸੀਂ ਆਪਣੇ ਨਾਲ ਜੁੜੋਗੇ, ਆਪਣੇ ਜ਼ਮੀਨ ਨਾਲ, ਮੈਂ ਵੀ ਜੁੜਾਂਗਾ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਡਾ ਸੱਭਿਆਚਾਰ ਹੈ ਉਹਨੇ ਸ਼ਾਇਦ ਮਤਲਬ ਜੇ ਗੁਰੂ ਇਤਿਹਾਸ ਦੀ ਗੱਲ ਕਰੀਏ ਤੇ ਗੁਰੂ ਸਾਹਿਬਾਨ ਦੇ ਇੱਕ ਪੂਰੀ ਪਰੰਪਰਾ ਦੀ ਗੱਲ ਕਰੀਏ, ਮੈਨੂੰ ਇਹ ਲੱਗਦਾ ਹੈ ਕਿ ਅਸੀਂ ਤੇ ਉਹਨਾਂ ਤੋਂ ਵੀ ਮੁਨਕਰ ਹੋ ਗਏ। ਉਹਨਾਂ ਨੇ ਤਾਂ ਇਸ ਤਰ੍ਹਾਂ ਦਾ ਸਮਾਜ ਸਿਰਜਿਆ ਸੀ। ਤੁਸੀਂ ਯਕੀਨ ਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਵੇ ਤੇ ਕਿੱਥੋਂ ਉਹਦੇ ਤੇ ਕਿਹੜੀ ਭਾਸ਼ਾ ਦੇ ਲੋਕ ਉਹਦੇ ਵਿੱਚ ਸ਼ਾਮਿਲ ਹੋਣ, ਤੇ ਅੱਜ ਸਾਨੂੰ ਮਤਲਬ ਆਪਣੇ ਤੋਂ ਨਾਲ ਦੇ ਨਾਲ ਵੀ ਨਫ਼ਰਤ ਹੁੰਦੀ ਹੋਵੇ। ਮਤਲਬ ਅਸੀਂ ਕਦੀ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਹਿਪੋਕਰੇਟ ਹੋ ਗਏ ਹਾਂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆ ਜਿਹੜੀ ਨਵੀਂ ਨੀਤੀ ਦੇ ਵਿੱਚ ਤੁਸੀਂ 2 ਪੁਆਇੰਟ ਉਠਾਏ ਨੇ, ਮੈਂ ਉਹਦੇ ਬਾਅਦ ਚ ਗੱਲ ਕਰਦਾ। ਮੈਂ ਸਿਲੇਬਸ ਦੇ ਨਾਲ ਤੇ ਕਰਿਕੂਲਮ ਨਾਲ ਜੁੜੀ ਹੋਈ ਇੱਕ ਗੱਲ ਕਰਨੀ ਚਾਹੁੰਦਾ, ਕਿਉਂਕਿ ਤੁਸੀਂ ਪਹਿਲੇ ਇਸ਼ਾਰਾ ਕਰਿਕੂਲਮ ਚੇਂਜ ਵਿੱਚ ਕੀਤਾ ਸੀ। ਇੱਕ ਡਾਕੂਮੈਂਟ ਆਇਆ ਸੀਗਾ 2005-6 ਵਿੱਚ NCERT ਵੱਲੋਂ, ਉਹ ਸੀ ਨੈਸ਼ਨਲ ਕਰਿਕੂਲਮ ਫਰੇਮਵਰਕ ਫॉर ਸਕੂਲ ਐਜੂਕੇਸ਼ਨ। ਠੀਕ ਹੈ, ਉਹਦੇ ਵਿੱਚ ਪ੍ਰੋਫੈਸਰ ਯਸ਼ਪਾਲ ਉਹਦੇ ਉਸ ਦੇ ਕਮੇਟੀ ਦੇ ਸਾਰੇ ਪ੍ਰਧਾਨ ਸਨ, ਚੇਅਰਮੈਨ ਸਨ ਤੇ ਹਿੰਦੁਸਤਾਨ ਭਰ ਦੇ ਜਿਹੜੇ ਕਹਿੰਦੇ ਕਮਾਉਂਦੇ ਨਾਮਵਰ ਐਕੈਡਮੀਸ਼ੀਅਨਸ ਨੇ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ, ਸਕੂਲਾਂ ਵਿੱਚ, ਸੰਸਥਾਵਾਂ ਵਿੱਚ ਉਹਦੇ ਨਾਲ ਜੁੜੇ ਸਨ। ਉਹ ਡਾਕੂਮੈਂਟ ਤਿਆਰ ਹੋਇਆ ਸੀ 2005 ਵਿੱਚ। ਉਹ ਇੱਕ ਗੱਲ ਕਹਿੰਦਾ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ ਗੱਲ, ਮੈਂ ਤੁਹਾਡੇ ਨਾਲ ਉਹਨੂੰ ਸ਼ੇਅਰ ਕਰਾਂ। ਉਹ ਇਹ ਕਹਿੰਦੇ ਨੇ ਕਿ ਜੋ ਵੀ ਪੜ੍ਹਾਈਏ ਉਹ ਇਸ ਤਰ੍ਹਾਂ ਦਾ ਹੋਵੇ ਔਰ ਇਸ ਤਰੀਕੇ ਨਾਲ ਪੜ੍ਹਾਈਏ ਕਿ ਬੱਚੇ ਇਨਫੋਰਮੇਸ਼ਨ ਨੂੰ ਰਿਟੇਨ ਕਰਨ ਦੇ ਵੱਲ ਹੀ ਰੁਚਿਤ ਨਾ ਹੋਣ, ਬਲਕਿ ਉਸ ਨੂੰ ਸਮਝਣ, ਉਹਨੂੰ ਕ੍ਰਿਟੀਕਲੀ ਅੰਡਰਸਟੈਂਡ ਕਰਨ, ਉਹਨੂੰ ਆਪ ਆਬਜ਼ਰਵ ਕਰਨ, ਸਮਝਣ ਤੇ ਅੱਗੇ ਵਧਣ। ਉਹ ਕ੍ਰਿਟੀਕਲ ਥਿੰਕਿੰਗ ਉਹਨਾਂ ਵਿੱਚ ਪੈਦਾ ਹੋਵੇ, ਉਹ ਹਰ ਚੀਜ਼ ਨੂੰ ਸਵਾਲ ਕਰ ਸਕਣ। ਮੈਂ ਫਿਰ ਗੁਰੂ ਸਾਹਿਬ ਵੱਲ ਜਾਣਾ ਚਾਹੁੰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਸਵਾਲ ਨਹੀਂ ਕੀਤਾ? ਤੇ ਜਦੋਂ ਉਹਨਾਂ ਨੇ ਫਿਰ ਇਹ ਕਦੋਂ ਹਰ ਇੱਕ ਨੂੰ ਸਾਨੂੰ ਇਹ ਨਹੀਂ ਕਿਹਾ
ਕਿ ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਆਪਾਂ ਤਾਂ ਹੁਣ ਕਹਿਣ 'ਚ ਵਿਸ਼ਵਾਸ ਕਰਦੇ, ਸੁਣਨ 'ਚ ਵਿਸ਼ਵਾਸ ਹੀ ਨਹੀਂ ਕਰਦੇ। ਡਾਕਟਰ ਸਾਹਿਬ ਪਹਿਲੀ ਪੌੜੀ ਸਵਾਲ ਤੇ ਖੜੀ ਕਰ ਦਿੱਤੀ, ਕਿਵ ਸਚਿਆਰਾ ਹੋਈ ਹੈ, ਕਿਵ ਸਚਾਰਾ ਹੋਈਏ। ਅੱਛਾ, ਸੋ ਉਹ ਜਿਹੜਾ ਕਰਿਕੂਲਮ ਫਰੇਮਵਰਕ ਹੈ ਉਹ ਇਸ ਗੱਲ ਤੇ ਖੜਾ ਸੀਗਾ ਕਿ ਕਲਾਸ ਵਿੱਚ, ਜਮਾਤ ਵਿੱਚ ਸਟੂਡੈਂਟ, ਟੀਚਰ, ਮਾਹੌਲ, ਮੁਆਸ਼ਰਾ, ਸਮਾਜ ਸਾਰੇ ਸਵਾਲ ਖੜੇ ਗਏ। ਠੀਕ ਹੈ, ਤੇ ਉਹ ਫਿਰ ਜਿਹੜੀਆਂ ਕਿਤਾਬਾਂ ਬਣੀਆਂ 2006, 7, 8 ਦੇ ਵਿੱਚ, ਉਹ ਸਾਰੀਆਂ ਉਸ ਲਹਿਜ਼ੇ 'ਚ ਬਣੀਆਂ, ਉਸ ਲਹਿਜ਼ੇ ਵਿੱਚ ਬਣੀਆਂ ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕਰਨਾ ਬੜਾ ਸੌਖਾ ਹੈ, ਪਰ ਜੇ ਤੁਸੀਂ ਆਪ ਉਸ ਨੂੰ, ਹਾਂ ਕੁਛ ਇੱਕ ਗਲਤੀਆਂ ਰਹਿ ਸਕਦੀਆਂ ਨੇ, ਕੁਝ ਕਮੀਆਂ, ਕੁਝ ਥੋੜਾ ਰਹਿ ਸਕਦੀਆਂ ਨੇ, ਇਹ ਕੋਈ ਗੱਲ ਨਹੀਂ ਹੈ। ਲੇਕਿਨ ਉਹ 'ਚ ਇਹ ਦੇਖਿਆ ਜਾਂਦਾ ਹੈ ਕਿ ਉਹ ਹਰ ਕਿਤਾਬ ਦਾ ਹਰ ਪੰਨਾ ਬੱਚੇ ਨੂੰ ਸੋਚਣ ਤੇ ਮਜਬੂਰ ਕਰਦਾ, ਤੇ ਬੱਚੇ ਦੇ ਸਾਹਮਣੇ 4 ਤਰ੍ਹਾਂ ਦੇ ਪਰਸਪੈਕਟਿਵ ਖੜੇ ਕਰ ਦਿੰਦਾ ਹੈ ਕਿ ਆ ਵੀ ਹੈ ਜੀ, ਕੁਝ ਲੋਕ ਇਹਦੇ ਬਾਰੇ ਆ ਕਹਿੰਦੇ ਨੇ ਕਾਕਾ, ਕੁਝ ਲੋਕ ਇਹਦੇ ਬਾਰੇ ਇਹ ਕਹਿੰਦੇ ਨੇ, ਕੁਝ ਲੋਕ ਇਹ ਕਹਿੰਦੇ ਨੇ, ਸਾਡੀ ਸਮਝ ਇਹ ਹੈ, ਤੇ ਆਪਣੀ ਸਮਝ ਤੂੰ ਬਣਾ ਕਿ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਗੱਲ ਤੈਨੂੰ ਠੀਕ ਲੱਗਦੀ ਹੈ। ਸਾਨੂੰ ਇਸ ਤਰ੍ਹਾਂ ਦਾ ਬੱਚਾ ਚਾਹੀਦਾ ਸੀਗਾ ਕਿ ਸਾਨੂੰ ਇਸ ਤਰ੍ਹਾਂ ਦਾ ਬੱਚਾ ਚਾਹੀਦਾ ਜਿਹੜਾ ਕਹੇ ਕਾਕਾ ਬਸ ਮੈਂ ਤੈਨੂੰ ਦੱਸ ਦਿੱਤਾ, ਤੂੰ ਸੁਣ ਲੈ, ਸਮਝ ਲੈ, ਯਾਦ ਕਰ ਲੈ, ਇਮਤਿਹਾਨ 'ਚ ਲਿਖਾਈ, ਪਰ ਬੇੜਾ ਪਾਰ ਹੋ ਗਿਆ। ਜਿਹੜਾ ਪਹਿਲਾ ਤਰ੍ਹਾਂ ਦਾ ਮਾਹੌਲ ਹੈ ਜਿਹਦੇ ਵਿੱਚ ਤੁਹਾਡੇ ਕੋਲ ਉਹ ਡਾਈਵਰਸ ਆਪਸ਼ਨਸ ਨੇ, ਤੁਹਾਡੇ ਕੋਲ ਪਰਸਪੈਕਟਿਵਸ ਨੇ, ਤੇ ਬੱਚਾ ਸਮਝ ਸਕਦਾ, ਉਹ ਆਪ ਸਮਝੇ। ਸਾਨੂੰ ਉਸ ਤਰ੍ਹਾਂ ਦਾ ਬੱਚਾ ਜਦੋਂ ਬਣੇਗਾ, ਉਹ ਕ੍ਰਿਟੀਕਲ ਔਰ ਰੈਸ਼ਨਲ ਥਿੰਕਰ ਬਣੇਗਾ, ਤੇ ਉਹ ਸਮਾਜ ਨੂੰ ਫਿਰ ਅੱਗੇ ਲਿਜਾਏਗਾ ਕਿ ਸੱਤ ਬਚਨ ਕਹਿਣ ਵਾਲਾ ਸਮਾਜ ਨੂੰ ਅੱਗੇ ਲਿਜਾਏਗਾ। ਸੋ ਉਹਨਾਂ ਕਿਤਾਬਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਇਹ ਬੜੀ ਖੂਬਸੂਰਤੀ ਸੀਗੀ, ਪਰ ਅਸੀਂ ਇਹਨਾਂ ਨੇ ਆਪਣੀ ਇਸ ਨੀਤੀ ਵਿੱਚ ਇਹ ਕਿਹਾ ਕਿ ਅਸੀਂ ਉਹਨਾਂ ਕਿਤਾਬਾਂ ਨੂੰ ਬਿਲਕੁਲ ਬਦਲ ਦਿਆਂਗੇ। ਇਹ ਉਹਨਾਂ ਕਿਤਾਬਾਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਨੇ। ਉਹਦੇ ਵਿੱਚ ਜਿਹੜਾ ਇੰਡੀਅਨ ਐਲੀਮੈਂਟ ਹੈ, ਜਿਹੜਾ ਪੁਰਾਤਨ ਵਾਲਾ ਹੈਗਾ, ਉਹਨੂੰ ਲੈ ਆਉਣਾ ਚਾਹੁੰਦੇ ਨੇ। ਇਹਨਾਂ ਦੇ ਜੇ ਕੁਝ ਜੇ ਵਿਦਿਆ ਭਾਰਤੀ ਔਰ ਜਾਂ ਕੁਝ ਇਹਨਾਂ ਦੀਆਂ ਹੋਰ ਕਿਤਾਬਾਂ, ਉਹ ਸਰਸਵਤੀ ਜਾਂ ਕੁਝ ਏਦਾਂ ਦੇ ਨੇ ਇੰਸਟੀਟਿਊਸ਼ਨ ਨੇ, RSS ਦੇ ਔਰ ਦੂਜੇ, ਜੇ ਉਹਨਾਂ ਦੇ ਅਸੀਂ ਲਿਟਰੇਚਰ ਨੂੰ ਦੇਖੀਏ ਤੇ ਉਹਦੇ ਵਿੱਚ ਬਿਲਕੁਲ ਉਹ ਕਹਾਣੀਆਂ ਜਿਹੜੀਆਂ ਧਾਰਮਿਕ ਕਹਾਣੀਆਂ ਨੇ, ਮੈਂ ਮਾਈਥੋਲੋਜੀ ਨਹੀਂ ਕਹਿੰਦਾ, ਧਾਰਮਿਕ ਕਹਾਣੀਆਂ ਨੇ, ਉਹਨਾਂ ਨੂੰ ਦੱਸਿਆ ਜਾ ਰਿਹਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਹੜੀ ਇਸ ਤਰ੍ਹਾਂ ਦੀ ਖੇਲ ਹੈ, ਉਹ ਚਾਹੇ ਕੋਈ ਵੀ ਕਰੇ, ਮੈਂ ਕਰਾਂ, ਤੁਸੀਂ ਕਰੋ, ਕੋਈ ਵੀ ਕਰੇ, ਮੈਨੂੰ ਲੱਗਦਾ ਕਿ ਉਹ ਖੇਲ ਉਹਨਾਂ ਨਾਲ ਕਰਨਾ ਨਹੀਂ ਚਾਹੀਦਾ। ਠੀਕ ਹੈ, ਉਹਨਾਂ ਨੂੰ ਸਿਰਫ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਨਜ਼ਰ ਦੇਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਉਹ ਸਾਰੀ ਚੀਜ਼ ਨੂੰ ਵੇਖ ਸਕਣ ਤੇ ਪਰਖ ਸਕਣ, ਤੇ ਜੇ ਉਹ ਆਪਣਾ ਨਜ਼ਰੀਆ ਬਣਾ ਸਕਣ, ਤੇ ਜੇ ਅਸੀਂ ਉਹਨਾਂ ਨੂੰ ਨਜ਼ਰ ਨਹੀਂ ਨਜ਼ਰੀਆ ਦੇਣਾ ਚਾਹਾਂਗੇ, ਅਸੀਂ ਉਹਨਾਂ ਨੂੰ ਥੋਪਣਾ ਚਾਹਾਂਗੇ, ਠੀਕ ਹੈ, ਐਜੂਕੇਸ਼ਨ ਤਾਂ ਚੱਲ ਜਾਏਗੀ, ਕੁਝ ਲੋਕਾਂ ਦਾ ਪਰਪਸ ਵੀ ਹੱਲ ਹੋ ਜਾਏਗਾ, ਪਰ ਜਿਹੜਾ ਅਸੀਂ ਫਿਰ ਇਹ ਵੀ ਸੁਪਨਾ ਔਰ ਖੁਆਬ ਲੈ ਰਹੇ ਹਾਂ ਨਾ ਕਿ ਵੀ ਅਸੀਂ ਵਿਸ਼ਵ ਗੁਰੂ ਬਣ ਜਾਵਾਂਗੇ। ਵੈਸੇ ਜਿਹੜਾ ਵੀ ਵਿਸ਼ਵ ਗੁਰੂ ਬਣ ਜਾਏ ਨਾ, ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦੀ ਕਦੀ ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦਾ। ਮਤਲਬ ਜਿਹੜਾ ਬੰਦਾ ਗੁਰੂ ਹੁੰਦਾ ਹੈ, ਉਹ ਆਪਣੇ ਆਪ ਨੂੰ ਕਦੀ ਹੰਕਾਰ 'ਚ ਗੁਰੂ ਨਹੀਂ ਕਹਿੰਦਾ, ਉਹ ਹਮੇਸ਼ਾ ਆਪਣੇ ਆਪ ਨੂੰ ਵਿਦਿਆਰਥੀ ਕਹਿੰਦਾ ਹੁੰਦਾ ਹੈ। ਆਪਸ ਕੋ ਜੋ ਭਲਾ ਕਹਾਵੈ, ਕਿਸੇ ਭਲਾਈ ਨਿਕਟ ਨਾ ਆਵੇ। ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਤੇ ਅਸੀਂ ਤੇ ਮੁਹਾਵਰਾ ਹੀ ਇਹ ਫੜ ਲਿਆ ਵੀ ਆਪਾਂ ਤੇ ਸਭ ਤੋਂ ਵਧੀਆ ਏਦਾਂ ਨਹੀਂ ਹੁੰਦਾ ਜੀ। ਡਾਕਟਰ ਸਾਹਿਬ, ਆਪਣੇ ਕੋਲ ਸਮਾਂ ਥੋੜਾ ਰਹਿੰਦਾ ਜਾ ਰਿਹਾ, ਤੁਸੀਂ ਇੱਕ ਇਸ਼ਾਰਾ ਕੀਤਾ ਸੀ ਪ੍ਰਾਈਵੇਟਾਈਜੇਸ਼ਨ ਵੱਲ ਵੀ, ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਥੋਂ ਤੱਕ ਕਿ ਕਿਤਾਬਾਂ ਦੀ ਛਪਾਈ, ਕਿਤਾਬਾਂ ਦੀ ਲਿਖਾਈ, ਕਿਤਾਬਾਂ ਦੀ ਸੁਧਾਈ, ਇਹ ਸਾਰਾ ਕੁਝ ਵੀ ਜਿਹੜਾ ਹੈਗਾ ਉਹ ਕਾਰਪੋਰੇਟ ਖੇਤਰ ਦੇ ਲੋਕਾਂ ਨੂੰ ਸੌਂਪਿਆ ਜਾ ਰਿਹਾ, ਸਭ ਕੁਝ ਉਹਨਾਂ ਦੇ ਹੱਥ ਦਿੱਤਾ ਜਾ ਰਿਹਾ ਇਸ ਨੀਤੀ ਤਹਿਤ। ਇਹ ਕੋਸ਼ਿਸ਼ਾਂ ਬਹੁਤ ਦੇਰ ਤੋਂ ਸ਼ੁਰੂ ਹੋ ਗਈਆਂ ਸੀ, ਹੁਣ ਇਹ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ। ਦੋ ਜਿਹੜੇ
ਰੁਝਾਨ ਹੋਰ ਨੇ, ਇੱਕ ਪ੍ਰਾਈਵੇਟਾਈਜੇਸ਼ਨ ਦਾ, ਇੱਕ ਸੈਂਟਰਲਾਈਜੇਸ਼ਨ। ਜੀ। ਤੁਸੀਂ ਦੇਖਣਾ ਬਰੀਕ ਤੌਰ ਤੇ ਇਹਨਾਂ ਦੋਵਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਸੈਂਟਰਲਾਈਜੇਸ਼ਨ ਦੇ ਵਿੱਚ ਕੀ ਹੋਏਗਾ ਕਿ ਤੁਸੀਂ ਸਾਰੇ ਅਧਿਕਾਰ ਕੇਂਦਰ ਆਪਣੇ ਕੋਲ ਕਰ ਲਏਗਾ, ਠੀਕ ਹੈ ਜੀ। ਫੈਡਰਲ ਜਿਹੜਾ ਸਟਰਕਚਰ ਹੈਗਾ ਉਹ ਕਮਜ਼ੋਰ ਪੈ ਜਾਏਗਾ। ਫੈਡਰਲ ਸਟਰਕਚਰ ਕਮਜ਼ੋਰ ਪੈ ਜਾਣ ਦੇ ਨਾਲ ਕਈ ਮੁਸ਼ਕਲਾਂ ਨੇ, ਜਿਹੜੀ ਡਾਈਵਰਸਿਟੀ, ਰੀਜਨਲ ਡਾਈਵਰਸਿਟੀ ਹੈ, ਉਹ ਠੱਪ ਹੋ ਜਾਏਗੀ, ਉਹ ਨੁਕਸਾਨ ਹੋ ਜਾਏਗਾ, ਠੀਕ ਹੈ ਜੀ। ਇਹਨਾਂ ਨੇ ਇਹਦੇ ਵਿੱਚ, ਕਿਉਂਕਿ ਸਮਾਂ ਬਹੁਤ ਥੋੜਾ, ਮੈਂ ਇਸ ਡਿਟੇਲ ਨਹੀਂ ਕਰੂੰਗਾ ਗੱਲ, ਲੇਕਿਨ ਇੰਨੀਆਂ ਏਜੰਸੀਆਂ, ਇੰਨੇ ਕੰਮ ਆ ਗਏ ਨੇ ਜਿਹੜੇ ਕੇਂਦਰ ਹੀ ਕਰੇਗਾ, ਸਟੇਟ ਨਹੀਂ ਕਰੇਗੀ। ਇਹ ਕਿਉਂ ਹੋਇਆ? ਅਸਲ ਦੇ ਵਿੱਚ ਦੂਸਰਾ ਜਿਹੜਾ ਪੱਖ ਹੈ ਉਹ ਹੈ ਨਿਓ ਲਿਬਰਲ ਇਕਨੋਮਿਕ ਪਾਲਿਸੀਜ਼, ਕਿ ਤੁਸੀਂ ਛੋਟ ਦਿਓ, ਆਪਣੀਆਂ ਸ਼ਰਤਾਂ ਨੂੰ ਨਰਮ ਕਰ ਦਿਓ ਕਿ ਪ੍ਰਾਈਵੇਟ ਅਦਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਵਿੱਚ ਆਉਣ, ਤੇ ਉਹਨਾਂ ਵਾਸਤੇ ਕਾਨੂੰਨ ਸਾਜ਼ੀ ਕਰਨੀ ਪਏਗੀ, ਰਾਹ ਹਮਵਾਰ ਕਰਨਾ ਪਏਗਾ, ਤੇ ਇੱਕ ਕੇਂਦਰ ਕੋਲ ਸਾਰੇ ਅਧਿਕਾਰ ਹੋਣਗੇ, ਉਹ ਕਾਨੂੰਨ ਸਾਜ਼ੀ ਆਸਾਨੀ ਨਾਲ ਹੋ ਜਾਏਗੀ। ਜੇ 29 ਸਟੇਟਾਂ ਦੇ ਕਰੋਗੇ ਉਹ ਫਿਰ ਹੋਏਗੀ ਨਹੀਂ। ਸੋ ਇਹ ਕੇਂਦਰੀਕਰਨ ਵੀ ਉਹ ਪ੍ਰਾਈਵੇਟ ਅਦਾਰਿਆਂ ਨੂੰ ਅੰਦਰ ਲੈ ਆਉਣ ਦੇ ਕਾਰਜ ਨੂੰ ਸੁਖਾਲਾ ਕਰ ਦੇਣ ਦਾ ਇੱਕ ਤਰੀਕਾ ਹੈ। ਔਰ ਕਾਰਪੋਰੇਟ ਦੀ ਗੱਲ ਰਹੀ, ਕਾਰਪੋਰੇਟ ਦੀ ਹਾਇਰ ਐਜੂਕੇਸ਼ਨ ਦੇ ਵਿੱਚ ਇਹਨਾਂ ਨੇ ਇੱਕ ਤਜਵੀਜ਼ ਕੀਤਾ ਹੈ ਕਿ ਅਸੀਂ ਕੰਸੋਲੀਡੇਸ਼ਨ ਆਫ ਹਾਇਰ ਐਜੂਕੇਸ਼ਨ ਕਰਾਂਗੇ। ਮਤਲਬ ਅਸੀਂ ਇਸ ਲਈ 50,000 ਕਾਲਜ ਤੇ ਯੂਨੀਵਰਸਿਟੀਆਂ, 59,000 ਦੇ ਕਰੀਬ ਨੇ, ਜੇ ਇਹਨਾਂ ਦੀ ਮੰਨੀਏ ਤੇ ਉਹ ਜਿਹੜੀਆਂ ਨੇ ਆਉਣ ਵਾਲੇ 10-12 ਸਾਲ ਵਿੱਚ ਸਿਰਫ 12,000 ਜਾਂ 13,000 ਰਹਿ ਜਾਣਗੀਆਂ। ਕਿਉਂ? ਕਿਉਂਕਿ ਇਹ ਕਹਿੰਦੇ ਨੇ ਵੀ ਵੱਡੇ ਕਾਲਜ ਚਾਹੀਦੇ ਨੇ, ਵੱਡੇ ਇੰਸਟੀਟਿਊਸ਼ਨ ਚਾਹੀਦੇ ਨੇ, ਜਿਹਦੇ ਵਿੱਚ 3,000 ਤੱਕ ਸਟਰੈਂਥ ਚਾਹੀਦੀ ਹੈ, ਸੰਖਿਆ ਹੋਵੇ। 3,000 ਤੋਂ ਘੱਟ ਵਾਲਾ ਵਾਇਬਲ ਨਹੀਂ। ਅੱਛਾ, ਇੱਕ ਇਹ ਆਪਾਂ ਵੀ ਕਹਿੰਦੇ ਖੋਲਾਂਗੇ, ਪਰ ਅਸੀਂ ਲੋਕ ਸੇਵਾ ਦੀ ਭਾਵਨਾ ਨਾਲ ਪਰਨਾਏ ਹੋਏ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਨੂੰ ਵੀ ਕਵਾਂਗੇ ਤੁਸੀਂ ਵੀ ਆਓ। ਅੱਜ ਲੋਕ ਸੇਵਾ ਨੂੰ ਪਰਨਾਏ ਹੋਏ ਸੰਤ, ਡੇਰੇ, ਮਹਾਤਮਾ, ਇੰਸਟੀਟਿਊਸ਼ਨਸ, ਉਹਨਾਂ ਨੇ ਪਿਛਲੇ 70 ਸਾਲ ਸੇਵਾ ਕੀਤੀ ਹੈ, ਉਹ ਤਾਂ ਉਹਨਾਂ ਦੇ ਕਾਲਜ ਤਾਂ ਬੰਦ ਹੋ ਰਹੇ ਨੇ, ਤੇ ਨਫਾ ਕਮਾਉਣ ਵਾਲਿਆਂ ਦੇ ਕਾਲਜ ਚੱਲ ਰਹੇ ਨੇ। ਇਹ ਨਵੇਂ ਪ੍ਰਕਾਰ ਦੇ ਦਾਨੀ ਸੱਜਣ ਆਉਣਗੇ ਜੀ, ਔਰ ਉਹ ਬਿਲਕੁਲ ਦਾਨੀ ਨਹੀਂ ਹੈਗੇ, ਉਹ ਦਾਨ ਵੀ ਕਰਨਗੇ ਤੇ ਆਪਣਾ ਮੁਨਾਫਾ ਵੇਖਦੇ ਹੋਏ ਦਾਨ ਕਰਨਗੇ। ਮੈਂ ਜੇ ਕੁਝ ਨਾ ਲਵਾਂ ਤੇ ਚੰਗਾ ਨਾ ਰਵੇ, ਕਿਉਂਕਿ ਬਾਕੀ ਨਾ ਛੁੱਟ ਜਾਣਗੇ। ਹੁਣ ਤੁਸੀਂ ਲੋਪੋਂ ਚਲੇ ਜਾਓ, ਤੁਸੀਂ ਸੁਧਾਰ ਚਲੇ ਜਾਓ, ਤੁਸੀਂ ਸਿੱਧਵਾਂ ਚਲੇ ਜਾਓ, ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੇ ਚਲੇ ਜਾਓ, ਉਹਨਾਂ ਥਾਵਾਂ ਤੇ ਇੰਸਟੀਟਿਊਸ਼ਨਸ ਕੁੜੀਆਂ ਦੇ ਖੋਲੇ ਗਏ ਜਿੱਥੇ ਕੋਈ ਜਾ ਕੇ ਅੱਜ ਵੀ ਰਾਜੀ ਨਹੀਂ। ਤੇ ਉਹਨਾਂ ਸੰਤਾਂ ਨੇ, ਉਹਨਾਂ ਲੋਕਾਂ ਨੇ ਕਾਲਜ ਮੁਨਾਫੇ ਲਈ ਨਹੀਂ ਖੋਲੇ ਸੀਗੇ, ਪੜ੍ਹਾਈ ਲਈ ਖੋਲੇ, ਔਰ ਹੁਣ ਵੀ ਉਸ ਤਰ੍ਹਾਂ ਕਰ ਰਹੇ ਨੇ। ਅੱਛਾ, ਅਸੀਂ ਉਹ ਸਾਨੂੰ ਪਸੰਦ ਨੇ। ਹੁਣ ਸਾਨੂੰ ਵੱਡੀ ਪੂੰਜੀ ਵਾਲੇ ਪਸੰਦ ਨੇ, ਤੇ ਵੱਡੀ ਪੂੰਜੀ ਵਾਲੇ ਵੱਡਾ ਲੈ ਕੇ ਆਉਣਗੇ, ਥੋੜੇ ਕਾਲਜ ਹੋ ਜਾਣਗੇ ਕਾਰਪੋਰੇਟ, ਕਿਉਂਕਿ ਵੱਡਾ ਕਾਲਜ ਤੇ ਕਾਰਪੋਰੇਟ ਹੀ ਖੋਲ ਸਕੇਗਾ ਨਾ। ਹੁਣ ਤੁਸੀਂ ਜੇ ਮੈਂ ਚਾਹੀਏ ਕਿ ਆਪਾਂ ਯੂਨੀਵਰਸਿਟੀ ਨਹੀਂ ਖੋਲ ਸਕਦੇ, ਸਾਡੀ ਜਿੰਨੀ ਮਰਜ਼ੀ ਮਨ ਦੀ ਭਾਵਨਾ ਹੋਵੇ, ਤੇ ਵੱਡੀ ਪੂੰਜੀ ਵਾਲਾ ਖੋਲੇਗਾ, ਵੱਡੀ ਪੂੰਜੀ ਵਾਲਾ ਕਾਰਪੋਰੇਟ ਹੈ। ਤੇ ਜੇ ਕਾਰਪੋਰੇਟ ਖੋਲੇਗਾ, ਉਹ ਐਜੂਕੇਸ਼ਨ ਦਾ ਕਰਿਕੂਲਮ ਵੀ ਉਹ ਡਿਜ਼ਾਈਨ ਕਰੇਗਾ, ਟੈਕਸਟ ਬੁੱਕ ਵੀ ਉਹ ਡਿਜ਼ਾਈਨ ਕਰੇਗਾ, ਨੌਕਰੀਆਂ ਵੀ ਉਹਦੇ ਵਿੱਚ ਹੱਥ ਵਿੱਚ ਹੋਣਗੀਆਂ। ਤੇ ਇਹ ਸਾਰਾ ਕੁਝ ਹੌਲੀ-ਹੌਲੀ, ਜਿਵੇਂ ਖੇਤੀ ਕਾਰਪੋਰੇਟ ਨੂੰ ਸੌਂਪਣ ਦਾ ਇਹਨਾਂ ਨੇ ਮਨਸੂਬਾ ਬਣਾ ਲਿਆ ਸੀ, ਪਰ ਸਦਕੇ ਜਾਈਏ ਕਿਸਾਨਾਂ ਦੇ, ਜਿਨ੍ਹਾਂ ਨੇ ਉਹ ਨਾਨਕ ਦੀ ਪਰੰਪਰਾ ਨੂੰ ਰੱਖਦਿਆਂ ਹੋਇਆਂ ਜ਼ਿੰਦਾ ਉਹਨੂੰ ਸਵਾਲ ਕੀਤੇ ਨੇ ਵੀ ਇਹ ਇੰਜ ਨਹੀਂ ਹੋਏਗਾ, ਠੀਕ ਹੈ। ਔਰ ਉਹ ਇੰਨੀ ਦੇਰ ਤੋਂ ਉੱਥੇ ਖੜੇ ਨੇ, ਤੇ ਹੋਰ ਕੋਈ ਖੜਾ ਹੋ ਵੀ ਨਹੀਂ ਸੀ ਸਕਣਾ। ਤੇ ਇਹ ਐਜੂਕੇਸ਼ਨ ਵਿੱਚ ਵੀ ਇਦਾਂ ਹੀ ਹੋ ਰਿਹਾ, ਤੇ ਇਹਦਾ ਨਤੀਜਾ ਇਹ ਹੋਏਗਾ ਕਿ ਜਿਹੜਾ ਬਿਲਕੁਲ ਗਰੀਬ ਗੁਰਬਾ
ਘੱਟ ਸਾਧਨਾਂ ਵਾਲਾ, ਪੇਂਡੂ, ਦੂਰ ਦੁਰਾਡੇ ਵਾਲਾ, ਉਹ ਸਿੱਖਿਆ ਤੋਂ ਵਾਂਝਾ ਰਹਿ ਜਾਏਗਾ। ਵਾਂਝਾ ਹੋ ਜਾਏਗਾ। ਕੁੜੀਆਂ ਦਾ ਆਉਣਾ ਜਾਣਾ ਔਖਾ ਹੋ ਜਾਏਗਾ ਤੇ ਬਾਕੀ ਜਿਹੜੇ ਫੀਸ ਖਾਣੋਂ ਹੀ ਬਾਹਰ ਨਿਕਲ ਜਾਣਗੇ। ਡਾਕਟਰ ਸਾਹਿਬ ਇਹ ਵੀ ਗੱਲ ਹੈ ਕਿ ਪ੍ਰਾਇਮਰੀ ਸਕੂਲ ਜਿਵੇਂ ਕੋਈ 10 ਕਿਲੋਮੀਟਰ ਤੱਕ ਆ, ਕਹਿੰਦੇ ਜੀ ਉਹ ਦੂਰ ਹੈ, ਜੰਗਲ ਵਿੱਚ ਹੈ, ਸਾਡੇ ਕੋਲੋਂ ਪ੍ਰਬੰਧ ਕਰਨੇ ਔਖੇ ਹੋਣਗੇ, ਦੇਖ ਰੇਖ ਕਰਨੀ ਔਖੀ ਹੈ। 10 ਕਿਲੋਮੀਟਰ ਦੇ ਘੇਰੇ ਨੂੰ ਇੱਕ ਥਾਂ ਲੈ ਆਈਏ ਸੈਕੰਡਰੀ ਸਿੱਖਿਆ ਲਈ, ਸੈਕੰਡਰੀ ਸਿੱਖਿਆ ਵਾਲੇ ਸਕੂਲ ਵਿੱਚ ਹੀ ਹੋ ਜਾਣ, ਸਾਰੇ ਇੱਕ ਥਾਂ ਹੋ ਜਾਣ। ਐਕਚੁਅਲੀ ਨਾ ਉਹਦੇ ਵਿੱਚ ਜਿਹੜਾ ਮਸਲਾ ਹੈਗਾ ਉਹ ਇੱਕ ਇਹਨਾਂ ਨੇ ਕਿਹਾ ਕਿ ਅਸੀਂ ਕਲਸਟਰ ਜਾਂ ਕੰਪਲੈਕਸ ਸਕੂਲ ਬਣਾਵਾਂਗੇ। ਉਹਦੇ ਵਿੱਚ ਐਕਚੁਅਲੀ ਦੇਖੋ ਇੱਕ ਗੱਲ ਥੋੜੀ ਇਹ ਮੰਨਣ ਵਾਲੀ ਹੈ ਕਿ ਕੁਝ ਜਿਹੜੇ ਸਕੂਲ ਨੇ ਦੂਰ ਦੁਰਾਡੇ ਹੋਣ ਕਰਕੇ ਵਾਇਬਲ ਵੀ ਨਹੀਂ ਹੈਗੇ, ਉਹਨਾਂ ਦੀ ਠੀਕ ਸੁਪਰਵਿਜ਼ਨ ਵੀ ਨਹੀਂ ਹੋ ਪਾ ਰਹੀ, ਸਟੂਡੈਂਟਸ ਦੀ ਗਿਣਤੀ ਘੱਟ ਹੈ, ਟੀਚਰਸ ਦੀ ਗਿਣਤੀ ਜ਼ਿਆਦਾ ਹੈ। ਜੇ ਇਸ ਤਰ੍ਹਾਂ ਦਾ ਕੋਈ ਹੈਗਾ ਤੇ ਉਹਨੂੰ ਰੈਸ਼ਨਲਾਈਜ਼ ਕਰਨਾ ਤਾਂ ਜ਼ਰੂਰੀ ਹੈਗਾ। ਲੇਕਿਨ ਇਹ ਹੈ ਕਿ ਉਹਨੂੰ ਰੈਸ਼ਨਲਾਈਜ਼ ਕਰਨ ਦਾ ਮਤਲਬ ਇਹ ਹੈ ਕਿ ਜਿੱਥੇ ਤੁਸੀਂ ਆਪਣੀ ਪਸੰਦ ਦੇ 10-10 ਟੀਚਰ ਰੱਖੇ ਹੋਏ ਨੇ ਤੇ ਲੋੜ ਹੈ ਨਹੀਂ, ਉਹਨਾਂ ਨੂੰ ਉੱਥੋਂ ਕੱਢੋ ਨਾ, ਉਹਨਾਂ ਨੂੰ ਵੀ ਫਿਰ ਦੂਰ ਦੁਰਾਡੇ ਭੇਜੋ ਨਾ। ਮਤਲਬ ਇੰਜ ਨਹੀਂ ਹੋ ਸਕਦਾ ਕਿ ਵੀ ਇਧਰੋਂ ਵੀ ਫਾਇਦਾ ਮੈਨੂੰ ਮਿਲੇ ਤੇ ਇਧਰੋਂ ਵੀ ਫਾਇਦਾ ਮੈਨੂੰ ਮਿਲੇ। ਬੱਚਿਆਂ ਦੇ ਲਈ ਸਕੂਲ ਇੱਕ ਤਾਂ ਬੰਦ ਨਹੀਂ ਹੋਣੇ ਚਾਹੀਦੇ। ਉਹਦਾ ਕਾਰਨ ਇਹ ਹੈਗਾ ਕਿ ਵੀ ਜਿੱਥੇ ਜਿਹਨੂੰ ਵੀ ਨੇੜੇ ਹੈਗਾ ਉਹ ਜਾ ਸਕੇ, ਰਾਈਟ। ਲੇਕਿਨ ਇੱਕ ਗੱਲ ਬੜੀ ਪੱਕੀ ਹੈਗੀ ਹੈ ਕਿ ਉਹਦਾ ਸੁਪਰਵਿਜ਼ਨ ਔਰ ਉਹਦਾ ਪ੍ਰਬੰਧ ਉਹ ਬਿਲਕੁਲ ਚਾਕ ਚੋਂ ਬੰਦ ਹੋਣਾ ਚਾਹੀਦਾ, ਵੀ ਇਹ ਨਾ ਹੋਵੇ ਵੀ ਉੱਥੇ ਕੁਝ ਵੀ ਨਾ ਹੁੰਦਾ ਹੋਵੇ। ਤੇ ਮੈਂ ਇਹ ਵੀ ਵਾਜਬ ਸਮਝਣਾ ਕਿ ਜੇ ਗਵਰਨਮੈਂਟ ਨੂੰ ਇਹ ਫਿਕਰ ਹੈ ਕਿ ਵੀ ਸਾਡਾ ਖਰਚ ਹੋ ਰਿਹਾ ਹੈ ਤੇ ਉਹ ਕਿਸੇ ਸਿਰੇ ਬੰਨੇ ਨਹੀਂ ਲੱਗ ਰਿਹਾ, ਤੇ ਇਹ ਵੀ ਜਾਇਜ਼ ਹੈ ਕਿਉਂਕਿ ਸਰਕਾਰ ਆਪਣੇ ਪੱਲਿਓਂ ਨਹੀਂ ਖਰਚਦੀ, ਉਹ ਵੀ ਸਾਡੇ ਲੋਕਾਂ ਦਾ ਪੈਸਾ ਹੀ ਖਰਚਦੀ ਹੈ, ਤੇ ਸਾਨੂੰ ਆਪਣੇ ਪੈਸੇ ਦਾ ਹੀ ਫਿਕਰ ਤਾਂ ਹੋਣਾ ਹੀ ਚਾਹੀਦਾ ਹੈ। ਪਰ ਸਕੂਲ ਐਜੂਕੇਸ਼ਨ ਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਇਹਨਾਂ ਦਾ ਸੁਜੈਸ਼ਨ ਉਸ ਪਾਲਿਸੀ 'ਚ ਹੈ, ਉਹ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਬਹਾਨੇ ਕਮਜ਼ੋਰ ਕਰਨ ਦਾ ਇਹਨਾਂ ਦਾ ਮਨ ਹੈ। ਰਾਈਟ ਟੂ ਐਜੂਕੇਸ਼ਨ ਨੇ ਇੱਕ ਸਕੂਲ ਦੀ ਬੁਨਿਆਦੀ ਲੋੜ ਕੀ ਹੋਏਗੀ ਇਹ ਤੈਅ ਕਰਤੀ ਸੀ, ਵੀ ਇੰਨੇ ਕਮਰੇ ਹੋਣਗੇ, ਇੰਨੇ ਟੀਚਰ ਹੋਣਗੇ, ਇੰਨੇ ਇਹ ਹੋਣਗੇ, ਤੇ ਨਹੀਂ ਤਾਂ ਤੁਸੀਂ ਨਹੀਂ ਚਲਾ ਸਕਦੇ। ਇਹਨਾਂ ਨੇ ਉਸ ਨੂੰ ਥੋੜੀ ਛੋਟ ਦੇ ਦਿੱਤੀ ਹੈ। ਕਿਉਂ ਦੇ ਦਿੱਤੀ ਹੈ ਜੀ? ਅੱਛਾ, ਫਿਰ ਕੀ ਕੀਤਾ ਕਿ ਅਸੀਂ ਜੀ ਇੱਕ ਨੈਸ਼ਨਲ ਲਿਟਰੇਸੀ ਮਿਸ਼ਨ, ਨੈਸ਼ਨਲ ਫਾਊਂਡੇਸ਼ਨਲ ਸਕਿੱਲਸ ਦਾ ਮਿਸ਼ਨ ਬਣਾਵਾਂਗੇ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਨੇ, ਪਹਿਲੀ ਦੂਜੀ ਤੀਜੀ ਚੌਥੀ ਤੋਂ ਲੈ ਕੇ ਉਦੋਂ ਤੱਕ, ਵੀ ਉਹਨਾਂ ਦੀ ਜਿਹੜੀਆਂ ਫਾਊਂਡੇਸ਼ਨਲ ਲਿਟਰੇਸੀ ਤੇ ਨਿਊਮਰੇਸੀ ਦੀਆਂ ਸਕਿੱਲਸ ਨੇ ਉਹਨਾਂ ਨੂੰ ਤਗੜਿਆਂ ਕਰਾਂਗੇ। ਤੇ ਉਹਦੇ ਵਿੱਚ ਇਹ ਕਿਹਾ ਕਿ ਵੀ ਵੋਲੰਟੀਅਰਸ ਦੀ ਵੀ ਮਦਦ ਲਈ ਜਾਏ, ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ। ਵੋਲੰਟੀਅਰਸ ਕੌਣ ਹੋਣਗੇ? ਉਹ ਕੋਈ ਵੀ ਹੋ ਸਕਦਾ, ਉਹ ਇਲਾਕੇ ਦੇ ਵੀ ਹੋ ਸਕਦੇ ਆ, ਇਲਾਕੇ ਤੋਂ ਬਾਹਰ ਦੇ ਵੀ ਹੋ ਸਕਦੇ ਆ। ਫਿਰ ਅਸੀਂ ਉਹਨਾਂ ਨੂੰ ਈਚ ਵਨ ਟੀਚ ਵਨ ਦੇ ਨਾਲ ਵੀ ਪੜ੍ਹਾਵਾਂਗੇ, ਵੀ ਮਾਪਿਆਂ ਨੂੰ, ਦੂਜਿਆਂ ਨੂੰ, ਤੀਜਿਆਂ ਨੂੰ ਕਵਾਂਗੇ, ਅੱਛਾ ਭਈ ਤੁਹਾਨੂੰ ਜਿਹੜਾ ਬੱਚਾ ਲੱਭਦਾ ਤੁਸੀਂ ਇੱਕ ਨੂੰ ਫੜ ਲਓ ਤੇ ਉਹਨੂੰ ਪੜ੍ਹਾ ਦਿਓ। ਇਹ ਤੁਸੀਂ ਮਜ਼ਾਕ ਬਣਾਇਆ ਹੋਇਆ ਕਿ ਤੁਸੀਂ ਇੱਕ ਬੰਨੇ ਅਸੀਂ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਇਹ ਕਹਿ ਰਹੇ ਹਾਂ ਕਿ ਹਰ ਬੱਚੇ ਦਾ ਇਹ ਰਾਈਟ ਬਣਦਾ ਹੈ ਕਿ ਉਹ ਪ੍ਰੋਪਰ ਸਕੂਲ ਵਿੱਚ ਜਾ ਕੇ ਪੜ੍ਹੇਗਾ, ਔਰ ਤੁਸੀਂ ਉਹਨੂੰ ਸਕੂਲ ਚੋਂ ਬਾਹਰ ਫੇਰ ਕੱਢ ਕੇ ਤੇ ਉਹਨੂੰ ਜਿਹੜੀ ਇੱਕ ਸੋਸ਼ਲ ਲਰਨਿੰਗ, ਇੱਕ ਸਕੂਲ ਦਾ ਜਿਹੜਾ ਖੇਡਣ ਖਾਣ ਵਾਲਾ ਮਾਹੌਲ ਹੈ ਉਹਦੇ ਵਿੱਚ ਚਾਹੁੰਦੇ ਹੋ। ਤੇ ਫਿਰ ਵੋਲੰਟੀਅਰ ਕੌਣ ਹੋਏਗਾ? ਅੱਛਾ, ਤੁਸੀਂ ਇਹ ਦੇਖੋ ਵੀ ਮੇਰੇ ਘਰ ਦੇ ਨੇੜੇ ਕੋਈ ਵੋਲੰਟੀਅਰ ਹੈ, ਉਹ ਛੋਟੇ ਨੂੰ ਪੜ੍ਹਾ ਦੇਵੇ ਤੇ ਮੰਨ ਲਈ ਗੱਲ, ਤੇ ਕਿਸੇ ਦੂਸਰੇ ਇਲਾਕੇ ਚੋਂ ਵੀ ਆ ਕੇ ਉਹ ਛੋਟੇ ਬੱਚੇ ਨੂੰ ਪੜ੍ਹਾ ਸਕੇਗਾ। ਤੁਸੀਂ ਇੱਕ ਇਮੇਜਿਨ ਕਰੋ ਰਿਸ਼ਪਾਲ ਜੀ, 5 ਸਾਲ ਦਾ ਬੱਚਾ, 6-7 ਸਾਲ ਦਾ ਬੱਚਾ ਹੈ ਨਾ, ਉਹ ਆਪਣੇ ਮਾਂ-ਪਿਓ ਨਾਲ ਹਿੱਲਿਆ ਹੋਇਆ ਤੇ ਆਪਣੇ ਆਲੇ ਦੁਆਲੇ ਨਾਲ, ਉਹਨੂੰ ਕੋਈ ਇੱਕ ਬਗਾਨੀ ਥਾਂ ਤੋਂ ਆ ਕੇ ਵੋਲੰਟੀਅਰ ਉਹਨੂੰ ਪੜ੍ਹਾਊਗਾ ਔਰ ਉਹਨੂੰ ਵੀ ਇਕੱਲੇ ਨੂੰ ਪੜ੍ਹਾਊਗਾ, ਤੇ ਫਿਰ ਅਸੀਂ ਇਹ ਮੰਨ ਲਈਏ ਕਿ ਉਹਦੇ ਨਾਲ ਬੜਾ ਇਨਸਾਫ ਹੋ ਜਾਏਗਾ। ਮਤਲਬ ਅਸੀਂ ਦਰਅਸਲ ਜਿਹੜਾ ਸਾਧਨਹੀਨ ਲੋਕ ਨੇ
ਉਹਨਾਂ ਦੇ ਬਾਰੇ ਅਸੀਂ ਸੱਚੀ ਮੁੱਚੀ ਕੋਈ ਫਿਕਰ ਨਹੀਂ ਕਰਦੇ, ਤੇ ਇਸ ਪਾਲਿਸੀ ਵਿੱਚ ਸੱਚੀ ਮੁੱਚੀ ਉਹਨਾਂ ਬਾਰੇ ਕੋਈ ਫਿਕਰ ਨਹੀਂ। ਫਿਕਰ ਨਹੀਂ ਹਾਂ, ਹੈ। ਫਿਕਰ ਨਹੀਂ। ਹਾਂ, ਜ਼ੁਬਾਨ 'ਚ ਤੇ ਬੜਾ ਕੁਝ ਹੈਗਾ ਕਿ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਲੇਕਿਨ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਇਹ ਵੀ ਡਾਕਟਰ ਸਾਹਿਬ ਇਤਰਾਜ਼ ਹੈ ਕਿ ਮਨੋ ਕਸੁੱਧਾਂ ਕਾਲੀਆਂ, ਬਾਹਰ ਚਟਵੀਆਂ, ਉੱਤੋਂ ਬਾਹਰ ਚਟਵੜੀਆਂ। ਜੀ ਜੀ, ਬਾਹਰ ਚਟਵੜੀਆਂ। ਡਾਕਟਰ ਸਾਹਿਬ ਇਹ ਵੀ ਇਤਰਾਜ਼ ਹੈ ਕਿ ਦਲਿਤਾਂ ਬਾਰੇ, ਕਬਾਇਲੀਆਂ ਬਾਰੇ, ਪਛੜੇ ਵਰਗਾਂ ਬਾਰੇ ਤੇ ਘੱਟ ਗਿਣਤੀਆਂ ਬਾਰੇ, ਉਹਨਾਂ ਬਾਰੇ ਵੀ ਕੋਈ ਵੀ ਜਿਹੜੀ ਆ ਕੋਈ ਵਿਸ਼ੇਸ਼ ਜਿਹੜੀ ਆ ਉੱਥੇ ਥਾਂ ਨਹੀਂ ਰਹੀ ਹੈਗੀ। ਉਹ ਸਭ ਨੂੰ ਇੱਕ ਥਾਂ ਰਲਗੱਡ ਕਰ ਦਿੱਤਾ ਹੈ। ਤੁਸੀਂ ਬਿਲਕੁਲ ਠੀਕ ਕਿਹਾ, ਔਰ ਉਸ ਦਾ ਜ਼ਿਕਰ ਤੱਕ ਨਹੀਂ ਹੈ, ਜ਼ਿਕਰ ਤੱਕ ਨਹੀਂ ਹੈ, ਜ਼ਿਕਰ ਨਹੀਂ ਹੈ। ਔਰ ਉਹਦੇ ਬਾਰੇ ਬੜੇ ਸੰਸੇ ਪੈਦਾ ਹੋ ਗਏ ਨੇ ਕਿ ਇਹਨਾਂ ਦਾ ਕੀ ਨੀਤੀ ਹੈ। ਔਰ ਉਹ ਜ਼ਾਹਿਰ ਹੈ ਕਿ ਉਹ ਇੱਕ ਉਹਨਾਂ ਨੇ ਇੱਕ ਈਡੀਅਮ ਨਵਾਂ ਬਣਾ ਲਿਆ। ਉਹ ਈਡੀਅਮ ਬਣਾ ਲਿਆ ਕਿ ਅਸੀਂ ਤੇ ਸਾਰਿਆਂ ਦੀ ਗੱਲ ਕਰਦੇ ਤੇ ਸਾਰਿਆਂ ਵਿੱਚ ਉਹ ਸ਼ਾਮਿਲ ਨੇ, ਤੇ ਜਿਹੜੇ ਉਹਨਾਂ ਦੀ ਇਕੱਲੇ ਦੀ ਗੱਲ ਕਰਦੇ ਨੇ ਉਹ ਉਹਨਾਂ ਨੂੰ ਨਿਖੇੜਦੇ ਨੇ, ਉਹਨਾਂ ਨੂੰ ਵੱਖਰਿਆਂ ਕਰਦੇ ਨੇ। ਠੀਕ ਹੈ, ਇਹ ਈਡੀਅਮ ਬੜਾ ਖਤਰਨਾਕ ਹੈ। ਠੀਕ ਹੈ, ਇਹ ਈਡੀਅਮ ਜਿਹੜਾ ਹੈਗਾ ਉਹ ਇਹ ਦਰਸਾਉਂਦਾ ਹੈ ਕਿ ਜਿਹੜਾ ਵੀ ਸ਼ਡਿਊਲ ਕਾਸਟ ਜਾਂ ਬੈਕਵਰਡ ਦੀ ਜਾਂ ਦਲਿਤ ਦੀ ਜਾਂ ਔਰਤ ਦੀ ਜਾਂ ਫਲਾਣੇ ਦੀ ਗੱਲ ਕਰੇ ਜਾਂ ਪਛੜੇ ਹੋਏ ਇਲਾਕੇ ਦੀ ਗੱਲ ਕਰੇ, ਉਹ ਵੰਡੀ ਪਾਉਂਦਾ ਹੈ, ਤੇ ਜਿਹੜਾ ਸਾਰਿਆਂ ਦੀ ਗੱਲ ਕਰੇ ਉਹ ਏਕੇ ਦੀ ਗੱਲ ਕਰਦਾ ਹੈ। ਇਹ ਈਡੀਅਮ ਜਿਹੜਾ ਇੰਨਾ ਭੁਲੇਖਾ ਪਾਊ ਹੈ, ਔਰ ਇੰਨਾ ਖਤਰਨਾਕ ਹੈ ਕਿ ਸਾਨੂੰ ਇਸ ਨੂੰ ਫਾਈਟ ਆਊਟ ਕਰਨਾ ਪਏਗਾ। ਠੀਕ ਹੈ ਜੀ। ਸਾਨੂੰ ਗੱਲ ਉਹਦੀ ਦੇਖੋ, ਜੇ ਦਲਿਤ ਨਾਲ ਜ਼ਿਆਦਤੀ ਹੋਏਗੀ, ਸਾਨੂੰ ਦਲਿਤ ਦਾ ਨਾਂ ਲੈ ਕੇ ਗੱਲ ਕਰਨੀ ਹੋਏਗੀ। ਜੇ ਕਿਸੇ ਪਛੜੇ ਨਾਲ ਜ਼ਿਆਦਤੀ ਹੋਏਗੀ, ਅਸੀਂ ਪਛੜੇ ਦਾ ਨਾਂ ਕਿਉਂ ਨਹੀਂ ਲਵਾਂਗੇ? ਜੇ ਕਿਸੇ ਇੱਕ ਧਾਰਮਿਕ ਫਿਰਕੇ ਨਾਲ ਜ਼ਿਆਦਤੀ ਹੋਏਗੀ ਤੇ ਅਸੀਂ ਉਸ ਧਾਰਮਿਕ ਫਿਰਕੇ ਦਾ ਨਾਂ ਕਿਉਂ ਨਹੀਂ ਲਵਾਂਗੇ? ਵੰਡੀਆਂ ਉਹ ਪਾਉਂਦੇ ਨੇ ਜਿਹੜੇ ਫਰਕ ਕਰਦੇ ਨੇ, ਜਿਹੜੇ ਬੇਇਨਸਾਫੀ ਕਰਦੇ ਨੇ। ਵੰਡੀਆਂ ਉਹ ਨਹੀਂ ਪਾਉਂਦੇ ਜਿਹੜੇ ਉਹਨਾਂ ਬੇਇਨਸਾਫੀਆਂ ਨੂੰ ਉਜਾਗਰ ਕਰਦੇ ਨੇ। ਇਹ ਤਾਂ ਉਲਟਾ ਹੀ ਸਾਰਾ ਕੁਝ, ਮਾਹੌਲ ਹੀ ਉਲਟਾ ਬਣ ਗਿਆ ਵੀ ਜਿਹੜਾ ਬੇਇਨਸਾਫੀ ਦੀ ਗੱਲ ਕਰੇ ਉਹਨੂੰ ਕਹੋ ਵੀ ਤੂੰ ਵੰਡਦਾ, ਤੇ ਜਿਹੜਾ ਉਸ ਤੇ ਪਰਦਾ ਪਾਵੇ ਉਹਨੂੰ ਕਹੋ ਵੀ ਤੂੰ ਬੜਾ ਏਕਤਾ ਦਾ ਪੁਜਾਰੀ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਬਾਰ-ਬਾਰ ਮੈਨੂੰ ਇਹ ਸਮਝ ਆਉਂਦੀ ਹੈ ਕਿ ਸਾਡੇ ਵਿਦਿਆਰਥੀਆਂ ਦਾ ਇਹਨਾਂ ਸਾਰੀਆਂ ਗੱਲਾਂ ਬਾਰੇ ਚੇਤਨ ਹੋਣਾ ਬਹੁਤ ਜ਼ਰੂਰੀ ਹੈ। ਜੇ ਉਹ ਚੇਤਨ ਹੋਣਗੇ ਤੇ ਸਵਾਲ ਉਠਾਉਣਗੇ। ਪਰ ਸਾਨੂੰ ਪਤਾ ਨਹੀਂ, ਮੈਨੂੰ ਇਹ ਡਰ ਕਿਉਂ ਲੱਗਦਾ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਤੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿੱਚ ਇਮਤਿਹਾਨ ਪਾਸ ਕਰਨ ਨੂੰ ਇੰਨੀ ਤਵੱਜੋ ਦੇ ਦਿੱਤੀ ਹੈ, ਅਸੀਂ ਕਿਸੇ ਦੇ ਸਿੱਖਣ ਦੇ ਮਿਆਰ ਨੂੰ ਉਹਦੇ ਲਏ ਹੋਏ ਨੰਬਰਾਂ ਦੇ ਨਾਲ ਇੰਨਾ ਗਹਿਰਾਈ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਸਿੱਖਿਆ ਦੇ ਅਮਲ ਦੇ ਨਤੀਜੇ ਕੀ ਹੋਣੇ ਨੇ ਇਹਦੀ ਸਾਨੂੰ ਸੁੱਧ ਬੁੱਧੀ ਨਹੀਂ ਰਹੀ। ਜੀ 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 ਜੀ, ਠੀਕ ਹੈ। ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਗਵਾ ਨਾ ਬੈਠੀਏ ਸਾਰਾ ਕੁਝ। ਡਾਕਟਰ ਸਾਹਿਬ, ਤੁਸੀਂ ਇੱਕ ਸ਼ੁਰੂ ਵਿੱਚ ਗੱਲ ਕੀਤੀ ਸੀ ਨਵੀਂ ਸਿੱਖਿਆ ਨੀਤੀ, ਇਹ ਜਿਹੜੀ ਆ ਕੋਠਾਰੀ ਕਮਿਸ਼ਨ 1964, ਉਹਦੀ ਇਹ ਵਕਾਲਤ ਤਾਂ ਕਰਦਾ ਹੈ ਕਿ ਦੇਸ਼ ਦਾ ਘੱਟੋ ਘੱਟ 6% ਜਿਹੜਾ GDP ਦਾ ਹੈਗਾ ਉਹ ਸਿੱਖਿਆ ਨੀਤੀ ਦੇ ਖਰਚ ਕੀਤਾ ਜਾਣਾ ਚਾਹੀਦਾ। ਇਹ ਨਵੀਂ ਸਿੱਖਿਆ ਨੀਤੀ ਵਕਾਲਤ ਕਰਦੀ ਹੈ, ਪਰ ਹਾਲਾਤ ਅਸੀਂ 2014 ਤੋਂ 2019 ਤੱਕ ਜਿਹੜੇ ਦੇਖੇ ਆ ਉਹਦੇ ਵਿੱਚ ਇਹ ਤੇ ਅਮਲ ਕੋਈ ਨਹੀਂ ਹੋਇਆ ਹੈਗਾ। ਲਗਭਗ 0.5% ਖਰਚਾ ਕੀਤਾ ਗਿਆ। ਅਸਲ 'ਚ ਘਟਿਆ, ਵਧਿਆ ਨਹੀਂ, ਘਟਿਆ। 14 ਤੋਂ ਬਾਅਦ ਸੋਸ਼ਲ ਸੈਕਟਰ, ਓਵਰਆਲ ਸੋਸ਼ਲ ਸੈਕਟਰ ਦੇ ਵਿੱਚ ਐਜੂਕੇਸ਼ਨ ਔਰ ਹੈਲਥ, ਇਹਦੇ ਵਿੱਚ ਜਿਹੜਾ ਖਰਚ ਸਰਕਾਰਾਂ ਕਰਦੀਆਂ ਸੀ ਉਹ ਘਟਿਆ ਦਰਅਸਲ, ਰਾਈਟ। ਤੇ ਇਹ ਬਹੁਤ ਚਿੰਤਾਜਨਕ ਗੱਲ ਹੈ। ਇਹ ਵਾਧੇ ਵੱਲ ਕਿਵੇਂ ਪਊਗਾ ਮੈਨੂੰ ਲੱਗਦਾ ਨਹੀਂ। ਔਰ ਹੁਣ ਇੱਕ ਹੋਰ ਜਿਹੜੀ ਗੱਲ ਨਵੀਂ ਤੁਰ ਪਈ ਹੈ, ਔਰ
ਲੋਕ ਇਹ ਵੀ ਕਰ ਸਕਦੇ ਨੇ ਇਦਾਂ ਕਿ ਲੋਕਾਂ ਨੇ ਵੀ ਜਿਹੜਾ ਐਜੂਕੇਸ਼ਨ ਤੇ ਖਰਚ ਕਰਨਾ ਉਹ ਵੀ ਆਪਣੇ ਜ਼ਿੰਮੇ ਪਾ ਕੇ ਕਹਿਣ ਵੀ ਜੀ ਦੇਖੋ ਜੀ ਇੰਨੇ % ਹੋ ਗਿਆ। ਹੁਣ ਇਹਨਾਂ ਨੇ ਸਟੇਟਾਂ ਦਾ ਤੇ ਸੈਂਟਰ ਦਾ ਰਲਾ ਕੇ ਜੀ ਜੀ ਕਰਤਾ ਜੀ ਅਸੀਂ 4 ਪੁਆਇੰਟ ਕੇ ਪਤਾ ਨਹੀਂ ਕਿੰਨੇ 2% ਤੱਕ ਤੇ ਪਹੁੰਚ ਗਏ ਠੀਕ ਹੈ। ਲੇਕਿਨ ਜਿਹੜੀ ਇਹ ਨੈਸ਼ਨਲ ਪਾਲਿਸੀ ਹੈ ਇਹ ਕਹਿੰਦੀ ਕਿ ਅਸੀਂ 4 ਪੁਆਇੰਟ ਸਮਥਿੰਗ ਖਰਚ ਕਰ ਰਹੇ ਹਾਂ ਇਸ ਲਈ ਤੇ 6 ਤੱਕ ਪਹੁੰਚਾਉਣਾ ਆਪਾਂ 10 ਸਾਲ ਚ ਪਹੁੰਚਾ ਦਿਆਂਗੇ ਠੀਕ ਹੈ। ਲੇਕਿਨ ਕੇ ਕਸਤੂਰੀ ਰੰਗਨ ਰਿਪੋਰਟ ਜਿਹੜੀ ਹੈ ਜਿਹੜਾ ਡਰਾਫਟ ਹੈ ਉਹ ਜ਼ਿਆਦਾ ਸੱਚ ਬੋਲਦਾ ਹੈ ਜੀ। ਉਹਨੇ ਇਹ ਕਿਹਾ ਕਿ ਸਾਡਾ ਇਸ ਵੇਲੇ ਜਿਹੜਾ ਖਰਚਾ 2.7% ਹੈ GDP ਦਾ ਲਗਭਗ 3% ਜੀ ਜੀ ਠੀਕ ਹੈ ਜੀ। ਔਰ ਅਸੀਂ ਆਉਣ ਵਾਲੇ 10 ਸਾਲ ਚ 1% ਹਰ ਪਤਾ ਨਹੀਂ ਜਿੱਦਾਂ ਵਧਾ ਕੇ ਤੇ ਅਸੀਂ 10% ਖਰਚ ਹਰ ਐਕਸਪੈਂਡੀਚਰ ਵਧਾ ਕੇ ਤੇ ਅਸੀਂ 10 ਸਾਲ ਚ ਇਹਨੂੰ 6% ਕਰ ਲਵਾਂਗੇ GDP ਦਾ ਠੀਕ ਹੈ। ਤੇ ਅਸੀਂ ਹੁਣ ਪਹਿਲੇ ਹੀ ਜਮਾ ਜੋੜ ਕਰਕੇ ਉਹਨੂੰ 4.2 ਤੇ ਹੁਣੇ ਹੀ ਬਣਾ ਦਿੱਤਾ ਸਾਲ ਚ ਠੀਕ ਹੈ। ਤੇ ਅੱਗੇ ਕੀ ਕਰਾਂਗੇ ਉਹ ਤਾਂ ਮੁਸ਼ਕਿਲ ਹੈ ਕਹਿਣਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਇਹ ਸ਼ਾਇਦ ਇੱਕ ਵਾਦਾ ਇੱਕ ਭੁਲੇਖਾ ਇੱਕ ਭਰਮ ਰਹੇਗਾ ਜੇ ਲੋਕ ਸੱਚਮੁੱਚ ਉੱਠ ਕੇ ਇਹਦੀ ਮੰਗ ਨਹੀਂ ਕਰਦੇ ਤਾਂ ਠੀਕ ਹੈ। ਹੈਲਥ ਦੇ ਵਿੱਚ ਵੀ ਦੇਖੋ ਹੈਲਥ ਦਾ ਪਟਾਕਾ ਤਾਂ ਪੈ ਗਿਆ ਜੀ ਜੀ ਜੋ ਇਹਨਾਂ ਨੇ ਹੈਲਥ ਨੂੰ ਸਟਾਫ ਕੀਤਾ ਉਹਨਾਂ ਨੂੰ ਕੁਝ ਨਹੀਂ ਨਾ ਹਸਪਤਾਲ ਡਿਸਪੈਂਸਰੀਆਂ ਬੰਦ ਡਾਕਟਰ ਅਪਾਇੰਟ ਨਹੀਂ ਕਰਨੇ ਤੇ ਹੁਣ ਤੁਸੀਂ ਇਹ ਦੇਖ ਲਓ ਕਿ ਲੋਕਾਂ ਦੀ ਕੀ ਹਾਲਤ ਹੋਈ ਹੈ। ਇਹਨਾਂ ਨੂੰ ਤਾਂ ਫਿਰ ਕੁਝ ਨਹੀਂ ਲੋਕਾਂ ਨੂੰ ਹੋਇਆ ਆਮ ਬੰਦਾ ਤੇ ਮਰ ਗਿਆ ਨਾ। ਤੇ ਇਹ ਸਾਡੀ ਨੀਤੀ ਦਾ ਹੈਗਾ ਕਿ ਅਸੀਂ ਉੱਥੇ ਪੈਦਾ ਹੀ ਅਸੀਂ ਕੁਝ ਪ੍ਰੋਵਾਈਡ ਹੀ ਨਹੀਂ ਕੀਤਾ ਤੇ ਐਜੂਕੇਸ਼ਨ ਦੇ ਵਿੱਚ ਵੀ ਉਹੀ ਹਾਲ ਹੈ। ਔਰ ਇਹ ਆਉਣ ਵਾਲੇ ਸਮੇਂ ਵਿੱਚ ਔਰ ਇਹ ਮਤ ਖਿਆਲ ਕਰਨ ਕਿ ਪ੍ਰਾਈਵੇਟ ਇੰਸਟੀਟਿਊਸ਼ਨਸ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦਾ ਭਵਿੱਖ ਬਹੁਤ ਚੰਗਾ ਹੋ ਗਿਆ ਉਹਨਾਂ ਲਈ ਵੀ ਬੜੀਆਂ ਮੁਸ਼ਕਲਾਂ ਖੜੀਆਂ ਨੇ ਸਵਾਏ ਇਹ ਇਸ ਦੇ ਕਿ ਉਹ ਰਿਜ਼ਲਟ ਉਹਨਾਂ ਦੇ ਬਹੁਤ ਚੰਗੇ ਆਉਂਦੇ ਨੇ। ਅਦਰਵਾਈਜ਼ ਜਿਹੜੇ ਇਹ ਮਸਲੇ ਮੈਂ ਤੁਹਾਡੇ ਨਾਲ ਹੁਣ ਆਪਾਂ ਵਿਚਾਰੇ ਨੇ ਉਹ ਵੀ ਇਹਨਾਂ ਮਸਲਿਆਂ ਨੂੰ ਫੇਸ ਕਰ ਰਹੇ ਨੇ ਤੇ ਓਵਰਆਲ ਐਜੂਕੇਸ਼ਨ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਹੋਰ ਸਾਲਾਂ ਵਿੱਚ ਜੇ ਅਸੀਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਤਾਂ ਬਹੁਤ ਮੁਸ਼ਕਿਲ ਪੈਦਾ ਹੋ ਜਾਏਗੀ। ਡਾਕਟਰ ਸਾਹਿਬ ਵਿਦਿਅਕ ਚਿੰਤਨ ਕਰਨ ਵਾਲੇ ਲੋਕ ਜਿਹੜੇ ਚਿੰਤਾ ਕਰ ਰਹੇ ਨੇ ਕਿ ਨਵੀਂ ਇਹ ਸਾਡੀ ਕੌਮੀ ਵਿਦਿਅਕ ਨੀਤੀ ਜਿਹੜੀ ਹੈ ਉਹ ਸਾਡੇ ਗਰੀਬਾਂ ਦੇ ਸਾਡੇ ਲੋਕਾਂ ਦੇ ਪੱਖ ਵਿੱਚ ਹੋਣੀ ਚਾਹੀਦੀ ਹੈ ਲੋਕ ਵਿਰੋਧੀ ਨਹੀਂ ਹੋਣੀ ਚਾਹੀਦੀ। ਤੁਸੀਂ ਇਸ ਨਵੀਂ ਸਿੱਖਿਆ ਨੀਤੀ ਦੇ ਬਹੁਤ ਸਾਰੇ ਗੁੱਝੇ ਭੇਦ ਜਿਹੜੇ ਨੇ ਉਹਨਾਂ ਤੇ ਸਾਡੇ ਨਾਲ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਨੇ ਤੇ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਇਹ ਮੱਧ ਯੁੱਗ ਦੇ ਦੌਰਾਨ ਭਾਰਤ ਵਿੱਚ ਜਿਹੜੀ ਪੈਦਾ ਹੋਈ ਵੰਨ ਸਵੰਨਤਾ ਹੈਗੀ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਡਾਇਵਰਸਿਟੀ ਜਿਹੜੀ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਭਗਤੀ ਲਹਿਰ ਦੀ ਗੱਲ ਹੋਣੀ ਚਾਹੀਦੀ ਹੈ ਸੂਫੀ ਲਹਿਰ ਦੀ ਗੱਲ ਹੋਣੀ ਚਾਹੀਦੀ ਹੈ ਗੁਰਬਾਣੀ ਸਾਹਿਤ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਸਾਡੇ ਸ਼ਹੀਦਾਂ ਵੱਲੋਂ ਕੁਰਬਾਨੀਆਂ ਦੇ ਕੇ ਇਸ ਧਰਤੀ ਨੂੰ ਉਧਾਰ ਬਣਾਇਆ ਹੋਇਆ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਸਾਨੂੰ ਸਿੱਖਿਆ ਨੀਤੀ ਉਹ ਚਾਹੀਦੀ ਹੈ ਜਿਹੜੀ ਸਾਨੂੰ ਵਿਨਾਸ਼ ਵੱਲ ਨਾ ਲੈ ਕੇ ਜਾਵੇ ਸਾਨੂੰ ਵਿਕਾਸ ਵੱਲ ਕਿਸੇ ਖੇੜੇ ਵੱਲ ਲੈ ਕੇ ਜਾਵੇ। ਤੇ ਡਾਕਟਰ ਸਾਹਿਬ ਤੁਸੀਂ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਤੁਸੀਂ ਰੂਹਾਨੀਅਤ ਦੇ ਕੁਝ ਜਿਹੜੇ ਰਹੱਸ ਹੈ ਉਹਨਾਂ ਨੂੰ ਵੀ ਸਾਡੇ ਨਾਲ ਛੋਹਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਮੇਂ-ਸਮੇਂ ਤੁਸੀਂ ਸਾਡੇ ਨਾਲ ਵੱਖ-ਵੱਖ ਨੀਤੀਆਂ ਤੇ ਖਾਸ ਕਰਕੇ ਵਿਦਿਅਕ ਨੀਤੀ ਤੇ ਵੀ ਗੱਲ ਕਰਦੇ ਰਹੋਗੇ। ਸੋ ਅਖੀਰ ਵਿੱਚ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਡਾ ਸਮਾਂ ਬਿਲਕੁਲ ਸਮਾਪਤ ਹੈ ਤੁਸੀਂ ਆਪਣੀ ਕੋਈ ਟਿੱਪਣੀ ਕਰੋ ਤੇ ਆਪਾਂ ਸਮਾਪਤੀ ਕਰਾਂਗੇ। ਤੁਸੀਂ ਬਹੁਤ ਸੋਹਣੀ ਗੱਲ ਇੱਕ ਕਹੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮੱਧ ਕਾਲ ਦਾ ਜਿਹੜਾ ਭਗਤੀ ਕਾਲ ਸੀਗਾ ਇਹਦੇ ਵਿੱਚ ਸਾਂਝੀਵਾਲਤਾ ਤੇ ਮੁਹੱਬਤ ਤੇ ਲੋਕਾਂ ਨੂੰ ਨਾਲ ਜੋੜਨਾ ਇਹ ਮੁੱਖ ਸੁਰ ਸੀ ਨਫ਼ਰਤ ਮੁੱਖ ਸੁਰ ਨਹੀਂ ਸੀ। ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ। ਸਾਨੂੰ ਉਹ ਸਾਂਝੀਵਾਲਤਾ ਮੁਹੱਬਤ ਮੇਲ ਮਿਲਾਪ ਔਰ ਵੰਨ ਸੁਵੰਨਤਾ ਦੇ ਆਪਣੀ ਅਲੱਗ-ਅਲੱਗ
ਤਰ੍ਹਾਂ ਦੇ ਜੀਣ ਦੇ ਜਿਹੜੇ ਢੰਗ ਨੇ ਉਹ ਜੀਵਨ, ਖੁਸ਼ ਰਹਿਣ ਔਰ ਇਕੱਠੇ ਰਹਿਣ। ਜਿਵੇਂ ਇੱਕ ਗੁਲਦਸਤਾ ਹੁੰਦਾ ਹੈ, ਬਾਗ ਵਿੱਚ ਵੀ ਇੱਕੋ ਤਰ੍ਹਾਂ ਦਾ ਫੁੱਲ ਨਹੀਂ ਹੁੰਦਾ, ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ। let 1000 flowers bloom। thank you very ਕੁਲਦੀਪ much। ਜੀ, ਬਹੁਤ ਬਹੁਤ ਧੰਨਵਾਦ। ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਵਾਰ-ਵਾਰ ਮੁਬਾਰਕ। ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਤੁਹਾਡਾ ਇੱਕ ਵਾਰ ਫਿਰ ਧੰਨਵਾਦ। thank you very much। thank you।